मां धरती है तेरी गोद नू मां धरती है तेरी गोद नू चन होर बथेरे मां धरती है तेरी गोद नू चन होर बथेरे तू मंगदा रही वे सूरजा कमियां दे वेड़े मंगदा रही वे सूरजा कमियां दे वेड़े मां धरती है तेरी गोद नू ओ मां धरती है तेरी गोद नू चन होर बथेरे तू मंगदा रही वे सूरजा कमियां दे वेड़े हाय मंगदा रही वे सूरजा कमियां दे वेड़े ਸਮਝਣ ਤੰਗੀਆਂ ਨੂੰ ਹਾਏ ਜਿੱਥੇ ਮਿਲਨੇ ਅੰਗੂਠੇ ਸੰਗੀਆਂ ਨੂੰ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਨੇ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਵਾਲ ਤਰਸਦੇ ਕੰਗੀਆਂ ਨੂੰ ਥੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹਾਏ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਸੋਚ ਦਾ ਸਫ਼ਰ ਵਿੱਚ ਇਹ ਪ੍ਰੋਗਰਾਮ ਦੋਸਤੋ ਤੁਸੀਂ ਸੁਣਦੇ ਹੋ ਹਰ ਸੋਮਵਾਰ ਸ਼ਾਮ 5 ਵਜੇ ਤੋਂ 5:55 ਤੱਕ ਅੱਜ 7 ਜੁਲਾਈ 2014 ਦੀ ਸ਼ਾਮ ਨੂੰ ਇੱਕ ਵਾਰ ਫਿਰ ਪਲੈਨਟ 104.6 FM ਤੋਂ ਹਾਜ਼ਰ ਹੈ ਅਨੂ ਔਰ ਨਾਲ ਭਾਰਤੀ ਜੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਦੋਸਤੋ ਸਲਾਮ ਆਖਦਾ ਔਰ ਸਾਥੀਓ ਹਰ ਵਾਰ ਦੀ ਤਰ੍ਹਾਂ ਇਹ ਪ੍ਰੋਗਰਾਮ ਅੱਜ ਵੀ ਤੁਹਾਡੇ ਲਈ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਦੇ ਸਹਿਯੋਗ ਨਾਲ ਅਸੀਂ ਔਨ 에ਅਰ ਕਰ ਰਹੇ ਹਾਂ ਔਰ ਅੱਜ ਦੇ ਪ੍ਰੋਗਰਾਮ ਵਿੱਚ ਕਾਫੀ ਸਾਰੀ ਜਾਣਕਾਰੀ ਹੈ ਸਾਡੇ ਕੋਲ ਸੋ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਰੂਪਰੇਖਾ ਅੱਜ ਦੇ ਸੋਚ ਦਾ ਸਫ਼ਰ ਦੀ ਕੁਝ ਇਸ ਤਰ੍ਹਾਂ ਹੈ ਸਲਵਾ ਜੁਡਮ ਦਾ ਜਿਹੜਾ ਅਸੀਂ ਟੌਪਿਕ ਪਿਛਲੇ 7-8 ਪ੍ਰੋਗਰਾਮਾਂ ਵਿੱਚ ਤੁਹਾਡੇ ਲਈ ਕਵਰ ਕਰਦੇ ਆਏ ਹਾਂ ਉਹਨੂੰ ਅੱਜ ਅਸੀਂ ਸਮਰਾਈਜ਼ ਕਰਕੇ ਫਾਈਨਲ ਸਾਡਾ ਪ੍ਰੋਗਰਾਮ ਹੋਏਗਾ ਇਸ ਵਿਸ਼ੇ ਤੇ ਔਰ ਇਹ ਵੀ ਤੁਹਾਨੂੰ ਦੱਸਦੇ ਚੱਲੀਏ ਪ੍ਰੋਗਰਾਮ ਫਾਈਨਲ ਹੈ ਪਰ ਲੜਾਈ ਫਾਈਨਲ ਨਹੀਂ ਜੀ ਭਗਵਾਨ ਜੀ ਲੜਾਈ ਹਲੇ ਖਤਮ ਨਹੀਂ ਹੋਈ ਔਰ ਜਾਰੀ ਰਹੇਗੀ ਸੰਘਰਸ਼ ਕਰਨ ਵਾਲੇ ਬਹੁਤ ਸਾਰੇ ਲੋਕ ਮੌਜੂਦ ਨੇ ਹਿੰਦੁਸਤਾਨ ਵਿੱਚ ਔਰ ਦੁਨੀਆ ਭਰ ਵਿੱਚ ਔਰ ਨਾਲ ਇੱਥੇ ਮੈਂ ਵੀ ਦੱਸਣਾ ਚਾਹਾਂਗੀ ਸਰੋਤਿਆਂ ਨੂੰ ਕਿ ਸਲਵਾ ਜੁਡਮ ਦੇ ਜਿਹੜੇ ਅਸੀਂ ਪਹਿਲੇ 3 ਐਪੀਸੋਡ ਕੀਤੇ ਸਨ ਉਹ ਇਸ ਵਕਤ YouTube ਤੇ ਅਪਲੋਡ ਹੋ ਚੁੱਕੇ ਨੇ ਤਾਂ ਤੁਸੀਂ ਖੁਦ ਦੁਬਾਰਾ ਉੱਥੇ ਵੀ ਸੁਣ ਸਕਦੇ ਹੋ ਅਨੂ ਕਲੋਟੀ ਯਾਨੀ ANUKALOTI ਅਗਰ YouTube ਤੇ ਤੁਸੀਂ ਸਰਚ ਕਰਦੇ ਹੋ ਤਾਂ ਉਸ ਚੈਨਲ ਤੋਂ ਇਹ ਪ੍ਰੋਗਰਾਮ ਔਰ ਹੋਰ ਵੀ ਸੋਚਦਾ ਸਫ਼ਰ ਦੇ ਪ੍ਰੋਗਰਾਮ ਤੁਹਾਨੂੰ ਮਿਲ ਜਾਣਗੇ ਬੜੀ ਆਸਾਨੀ ਨਾਲ ਔਰ ਇਸ ਤੋਂ ਇਲਾਵਾ ਪਿਛਲੇ ਹਫਤੇ ਜਿਹੜਾ ਮੈਂ ਇੱਕ ਵਿਸ਼ਾ ਛੋਇਆ ਸੀ ਤੁਹਾਡੇ ਨਾਲ ਇਨਇਕੁਆਲਿਟੀ ਦਾ ਯਾਨੀ ਨਾ ਬਰਾਬਰਤਾ ਦਾ ਉਹ ਵੀ ਅੱਜ ਫਾਈਨਲ ਪਾਰਟ ਜਿਹੜਾ ਉਹਦਾ ਤੁਹਾਡੇ ਲਈ ਪੇਸ਼ ਕਰਾਂਗੇ ਖਾਸ ਤੌਰ ਤੇ ਇੱਥੇ ਨਿਊਜ਼ੀਲੈਂਡ ਵਿੱਚ ਬੱਚਿਆਂ ਵਿੱਚ ਜਿਹੜੀ ਗਰੀਬੀ ਹੈ ਔਰ ਨਾ ਬਰਾਬਰਤਾ ਹੈ ਉਹਦੀ ਗੱਲਬਾਤ ਕਰਾਂਗੇ ਔਰ ਜਿਹੜਾ ਇੱਕ ਬਹੁਤ ਜ਼ਿਆਦਾ ਇਸ ਵਕਤ ਦੁਖਦਾਈ ਜਿਹੜੀਆਂ ਖਬਰਾਂ ਆ ਰਹੀਆਂ ਨੇ ਫਲਸਤੀਨ ਤੋਂ ਉਹਦੇ ਸਿਲਸਿਲੇ 'ਚ ਗੱਲ ਕਰਾਂਗੇ ਜਿਹੜੀਆਂ ਬਿਲਕੁਲ ਇਨੋਸੈਂਟ ਬੱਚਿਆਂ ਦੀ ਯੰਗ ਲੜਕੀਆਂ ਦੀਆਂ ਮੌਤਾਂ ਹੋਈਆਂ ਨੇ ਔਰ ਕਿਸ ਤਰ੍ਹਾਂ ਦੁਨੀਆ ਭਰ ਵਿੱਚ ਪ੍ਰੋਟੈਸਟ ਚੱਲ ਰਹੇ ਨੇ ਇਸ ਖਿਲਾਫ ਜਿਹੜਾ ਇਜ਼ਰਾਈਲ ਨੇ ਬਹੁਤ ਜ਼ਿਆਦਾ
ਤਸ਼ੱਦਦ ਹੀ ਕਵਾਂਗੀ ਤਸ਼ੱਦਦ ਵੀ ਬਹੁਤ ਛੋਟਾ ਲਫ਼ਜ਼ ਪੈ ਜਾਂਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਨਾਲ ਹੀ ਇੱਥੇ ਵੀ ਦੱਸਦੇ ਚੱਲੀਏ ਕਿ ਆਉਂਦੇ ਇੱਕ ਦੋ ਪ੍ਰੋਗਰਾਮਾਂ 'ਚ ਅਸੀਂ ਫਲਸਤੀਨ ਔਰ ਇਜ਼ਰਾਈਲ ਦਾ ਜਿਹੜਾ ਇਤਿਹਾਸ ਹੈ ਉਹ ਘੋਖਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਖਾਸ ਤੌਰ ਤੇ ਇਜ਼ਰਾਈਲ ਜਿਹੜਾ ਉਹਦੀ ਹੋਂਦ ਕਿਸ ਤਰ੍ਹਾਂ ਆਈ ਹੈ ਵਜੂਦ ਵਿੱਚ ਤਾਂ ਕੀ ਕੁਝ ਉਹਦੇ ਪਿੱਛੇ ਸੀ ਔਰ ਕਿਸ ਤਰ੍ਹਾਂ ਉਹ ਸਾਰੀ ਗੱਲ ਨੂੰ ਹੁਣ ਸਮਝਿਆ ਜਾ ਰਿਹਾ ਹੈ ਪਰ ਅਸਲ ਵਿੱਚ ਉਹਦੇ ਪਿੱਛੇ ਕੀ ਹੈ ਇਹ ਸਾਰੀਆਂ ਗੱਲਾਂ ਬਾਤਾਂ ਆਉਂਦੇ ਇੱਕ ਜਾਂ ਦੋ ਪ੍ਰੋਗਰਾਮਾਂ 'ਚ ਮੈਨੂੰ ਲੱਗਦਾ ਅਸੀਂ ਕਰਾਂਗੇ ਅਨੂ ਜੀ ਨਾਲ ਹੀ ਵੀ ਦੱਸ ਜਾਈਏ ਕਿ ਅਗਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਜਿਹੜਾ ਆਪਾਂ ਆਪਸ ਦੇ ਵਿੱਚ ਵਿਚਾਰ ਹੋਈ ਪਹਿਲਾਂ ਕਿ ਗਦਰੀ ਬਾਬੇ ਭਾਈ ਭਗਵਾਨ ਸਿੰਘ ਹੁਣਾਂ ਦੀ ਉਹਨਾਂ ਦਾ ਜਿਹੜਾ ਖੁਦ ਦਾ ਜਿਹੜਾ ਸੰਘਰਸ਼ ਵਾ ਉਹਦੇ ਵਿੱਚ ਜਿਹੜੇ ਐਕਸਪਰਟ ਨੇ ਬੁੱਧੀਜੀਵੀ ਨੇ ਜਿਨ੍ਹਾਂ ਨੇ ਉਹਨਾਂ ਦੀ ਜੀਵਨੀ ਜਿਹੜੀ ਉਹਨਾਂ ਨੇ ਖੁਦ ਕਿਤਾਬਾਂ ਜਿਹੜੀਆਂ ਲਿਖੀਆਂ ਨੇ ਉਹਨਾਂ ਨੇ ਆਪਣੇ ਸੰਗਰਾਮ ਦੀਆਂ ਉਹਨਾਂ ਨਾਲ ਮੁਲਾਕਾਤ ਕਰਵਾ ਕੇ ਭਾਈ ਭਗਵਾਨ ਸਿੰਘ ਹੁਣੀ ਬਹੁਤ ਹੀ ਜ਼ਬਰਦਸਤ ਸ਼ਖਸੀਅਤ ਤੇ ਉਹਨਾਂ ਕੋਲੋਂ ਸਾਨੂੰ ਕਾਫੀ ਸਿੱਖਣ ਨੂੰ ਮਿਲ ਸਕਦਾ ਖਾਸ ਕਰਕੇ ਹਿੰਦੁਸਤਾਨ ਤੋਂ ਬਾਹਰ ਵਾਲਿਆਂ ਨੂੰ ਕਿ ਸੰਘਰਸ਼ ਕਿਵੇਂ ਕੀਤਾ ਜਾ ਸਕਦਾ ਜ਼ਰੂਰ ਜੀ ਸੋ ਆਉਂਦੇ ਪ੍ਰੋਗਰਾਮਾਂ 'ਚ ਭਾਈ ਭਗਵਾਨ ਸਿੰਘ ਹੋਰਾਂ ਦੀ ਵੀ ਜੀਵਨੀ ਅਸੀਂ ਕਵਰ ਕਰਨ ਦੀ ਪੂਰੀ ਕੋਸ਼ਿਸ਼ ਰਹੇਗੀ ਔਰ ਜਿਸ ਤਰ੍ਹਾਂ ਕਿ ਭਾਰਤੀ ਜੀ ਨੇ ਕਿਹਾ ਕਿਸੇ ਨਾ ਕਿਸੇ ਉੱਘੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ ਜਿਹੜੇ ਕਿ ਭਾਈ ਭਗਵਾਨ ਸਿੰਘ ਹੋਰਾਂ ਦੇ ਜੀਵਨ 'ਚ ਮਹਾਰਤ ਰੱਖਦੇ ਨੇ ਉਹਨਾਂ ਦੀ ਜਾਣਕਾਰੀ ਰੱਖਦੇ ਨੇ ਤਾਂ ਸਲਵਾ ਜੁਡਮ ਦਾ ਜਿਹੜਾ ਸਾਡਾ ਟੌਪਿਕ ਸੀਗਾ ਉਹਨੂੰ ਅਸੀਂ ਸਮਰਾਈਜ਼ ਹਾਂਜੀ ਅਨੂ ਜੀ ਅੱਜ ਆਪਾਂ ਮੇਰੇ ਖਿਆਲ 3-4 ਪ੍ਰੋਗਰਾਮ ਕੀਤੇ ਉਹਦੇ ਤੇ ਸੋ 7-8 ਪ੍ਰੋਗਰਾਮ ਹਾਂਜੀ ਕਾਫੀ ਚਿਰਾਂ ਦੀ ਉਹ ਚੱਲਦਾ ਪਿਆ ਸੀ ਸੋ ਬੇਸਿਕਲੀ ਦੋਸਤੋ ਸਲਵਾ ਜੁਡਮ ਇੱਕ ਉਹੋ ਜਿਹਾ ਸਰਕਾਰੀ ਅੱਤਵਾਦੀ ਗਰੁੱਪ ਦਾ ਨਾਂ ਆ ਜਿਨ੍ਹਾਂ ਨੇ ਸੈਂਟਰਲ ਇੰਡੀਆ ਦੇ ਵਿੱਚ ਜਿਹੜੇ ਛੱਤੀਸਗੜ੍ਹ ਜਾਂਤੇਵਾੜਾ ਜਿਹੜੀਆਂ ਉਹ ਸਟੇਟ ਨੇ ਜਿਹਦੇ ਵਿੱਚ ਜਲ ਜੰਗਲ ਤੇ ਜ਼ਮੀਨ ਦੀ ਜਿਹੜੀ ਲੜਾਈ ਚੱਲਦੀ ਪਈ ਆਦੀਵਾਸੀਆਂ ਦੀ ਆਪਣੇ ਸਰੋਤ ਨੂੰ ਬਚਾਉਣ ਵਾਸਤੇ ਆਪਣੀ ਐਗਜ਼ਿਸਟੈਂਸ ਨੂੰ ਬਚਾਉਣ ਵਾਸਤੇ ਉਸ ਲੜਾਈ ਨੂੰ ਖਤਮ ਕਰਨ ਵਾਸਤੇ ਉਹਨਾਂ ਦੇ ਵਿੱਚੋਂ ਹੀ ਉਹਨਾਂ ਦੇ ਹੀ ਲੋਕਾਂ ਨੂੰ ਇੱਕ ਰੂਟ ਕਰਕੇ ਉਹਨਾਂ ਦੇ ਵਿਰੁੱਧ ਕਿਵੇਂ ਲੜਾਇਆ ਗਿਆ ਔਰ ਹਜ਼ਾਰਾਂ ਦੇ ਹਿਸਾਬ ਨਾਲ ਬੇਕਸੂਰ ਲੋਕੀ ਕਤਲ ਕੀਤੇ ਗਏ ਪਰ ਜਿਨ੍ਹਾਂ ਦੇ ਅਸੀਂ ਨੰਦਨੀ ਸੁੰਦਰ ਪ੍ਰੋਫੈਸਰ ਨੰਦਨੀ ਸੁੰਦਰ ਹੋਣਾ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਕੋਰਟ ਦੇ ਵਿੱਚ ਪਟੀਸ਼ਨ ਕੀਤੀ ਕਿ ਇਹ ਸਲਵਾ ਜੁਡਮਾ ਜਿਹੜਾ ਇਹ ਲੀਗਲ ਹੈ ਇਹ ਕਨਸਟੀਟਿਊਸ਼ਨ ਹਿੰਦੁਸਤਾਨ ਗੈਰ ਕਾਨੂੰਨੀ ਹੈ ਔਰ ਬੜਾ ਹੀ ਇਤਿਹਾਸਕ ਫੈਸਲਾ ਦਿੱਤਾ ਗਿਆ ਉਹਦੇ ਮੁਤਲਕ ਕਿ ਸਲਵਾ ਜੁਡਮ ਦਾ ਜਿਹੜਾ ਸੰਦਰਭ ਆ ਇਸ ਜਿਹੜਾ ਗਰੁੱਪ ਨੂੰ ਖਤਮ ਕੀਤਾ ਜਾਵੇ ਪਰ ਉਹ ਖਤਮ ਹਜੇ ਤੱਕ ਵੀ ਨਹੀਂ ਹੋਇਆ ਹੈਗਾ ਉਹ ਆਪਾਂ ਕਾਫੀ ਡਿਟੇਲ 'ਚ ਗੱਲ ਕੀਤੀ ਹੈ ਸੋ ਉਹਦੇ ਤੋਂ ਹੀ ਅਨੂ ਜੀ ਜਿਹੜੀ ਬਾਹਰ ਜਿਹੜੀ ਗੱਲ ਫਿਰ ਨਿਕਲਦੀ ਜਿਹੜੀ ਸੀਗੀ ਉਹ ਸ਼ੁਰੂ ਕਾਂਗਰਸ ਨੇ ਕੀਤਾ ਹੈ ਉਸ ਤੋਂ ਬਾਅਦ ਕਿਵੇਂ ਬੀਜੇਪੀ ਉਸ ਨੂੰ ਕਿਵੇਂ ਕਾਇਮ ਰੱਖਦੇ ਨੇ ਔਰ ਜਿਹੜਾ ਬੀਜੇਪੀ ਦਾ ਨਾਟ ਬੀਜੇਪੀ ਦਾ ਜਿਹੜਾ ਆਰਐਸਐਸ ਸਾਰਿਆਂ ਦੀ ਮਹਾਇਆ ਤੇ ਇਹਦੀਆਂ ਜਿਹੜੀਆਂ ਦੂਸਰੀਆਂ ਸੰਸਥਾਵਾਂ ਨੇ ਉਹ ਕਿਵੇਂ ਜਿਹੜਾ ਵਨਵਾਸੀ ਕਲਿਆਣ ਆਸ਼ਰਮ ਦੇ ਨਾਂ ਦੇ ਉੱਪਰ ਉਹਨਾਂ ਹੀ ਲੋਕਾਂ ਦਾ ਜਿਹੜਾ ਇੱਕ ਇਹਨਾਂ ਨੇ ਇਨਡਾਇਰੈਕਟਲੀ ਉਹਨੂੰ ਹੁਣ ਚੇਂਜ ਕਰਤਾ ਉਹਦੇ ਸਾਰੇ ਸੰਦਰਭ ਨੂੰ ਜਿਹਨੂੰ ਹਿੰਦੂਤਵਤਾ ਦਾ ਨਾਂ ਦਿੱਤਾ ਗਿਆ ਆ ਔਰ ਕਿਸ ਤਰ੍ਹਾਂ ਦੇ ਨਾਲ ਹੌਲੀ ਉਹਨਾਂ ਦਾ ਕਲਚਰ ਉਹਨਾਂ ਦੇ ਤਿਉਹਾਰ ਉਹਨਾਂ ਦਾ ਖਾਣਾ ਪੀਣਾ ਉਹਨਾਂ ਦਾ ਸਾਰਾ ਦੇ ਸਾਰਾ ਕੁਝ ਉਹਨਾਂ ਦੀ ਭਾਸ਼ਾ ਮਤਲਬ ਕਿ ਉਹਨਾਂ ਦੀ ਜਿਹੜੀ ਇੱਕ ਪਛਾਣ ਆ ਉਹਨੂੰ ਪੂਰੀ ਤਰ੍ਹਾਂ ਮਿਟਾਉਣ ਦੀ ਇੱਕ ਗਿਣੀ ਮਿੱਥੀ ਸਾਜ਼ਿਸ਼ ਹਾਂਜੀ ਹੁਣ ਮੈਂ ਸਿੱਧਾ ਜੇ ਆਪਾਂ ਕਿਉਂਕਿ ਜ਼ਿਆਦਾ ਮੋਸਟਲੀ ਆਪਣੀ ਸੁਣਨ ਵਾਲੇ ਸਰੋਤੇ ਪੰਜਾਬੀ ਨੇ ਸੋ ਤੁਸੀਂ ਐਂ ਕਹਿ ਸਕਦੇ ਹੋ ਕਿ ਜਿਵੇਂ ਡਾਇਰੈਕਟਲੀ ਪੰਜਾਬ ਦੇ ਵਿੱਚ ਬਾਦਲਾਂ ਦੀ ਸਰਕਾਰ ਨਾਲ ਮਿਲ ਕੇ ਉੱਥੇ ਨਸ਼ਿਆਂ ਦਾ ਕਿਉਂਕਿ ਇਸ ਟਾਈਮ ਜਿਹੜੇ ਇਹ ਹਿੰਦੁਸਤਾਨ ਦੇ ਵਿੱਚ ਜਿਹੜੇ ਦੋ ਗਰੁੱਪ ਨੇ ਪੰਜਾਬ 'ਚ ਖੈਰ ਸ਼ੁਰੂ ਤੋਂ ਹੀ ਜੁਝਾਰੂ ਰਿਹਾ ਔਰ ਇਸ ਟਾਈਮ ਜਿਹੜਾ ਦੂਸਰੇ ਪਾਸੇ ਜਿਹੜਾ ਸੈਂਟਰਲ ਇੰਡੀਆ ਦੇ ਵਿੱਚ ਜਿਹੜੇ ਛੱਤੀਸਗੜ੍ਹ ਜਿਹੜੇ ਏਰੀਏ ਨੇ ਉੱਥੇ ਸਰਕਾਰ ਦੇ ਸੈਂਟਰਲ ਸਰਕਾਰ ਦੇ ਵਿਰੁੱਧ ਜਿਹੜੀ ਲੜਾਈ ਚੱਲ ਰਹੀ ਹੈ ਉਹ ਦੋਨਾਂ ਨੂੰ ਦਬਾਉਣ ਵਾਸਤੇ ਇੱਕ ਪਾਸੇ ਬਾਦਲਾਂ ਦੀ ਸਰਕਾਰ ਨਾਲ ਮਿਲ ਕੇ ਇਹੀ ਜਿਹੜੀ ਆਰਐਸਐਸ ਬੀਜੇਪੀ ਦੇ ਥਰੂ ਉੱਥੇ ਜਿਹੜੇ ਯੰਗ ਨੇ ਉਹਨਾਂ ਦਾ ਕਿਵੇਂ ਸਤਿਆਨਾਸ਼ ਕਰ ਰਹੇ ਨੇ ਔਰ ਦੂਸਰੇ ਪਾਸੇ ਜਿਹੜੀ ਆਰਐਸਐਸ ਦੀ ਮੂਵਮੈਂਟ
ਜਿਹੜੀ ਚੱਲ ਰਹੀ ਹੈ ਹਿੰਦੂਤਵਤਾ ਦੀ ਜਿਹੜੀ ਮੂਵਮੈਂਟ ਆ ਉਹ ਵਨਵਾਸੀ ਕਲਿਆਣ ਆਸ਼ਰਮ ਦੇ ਨਾਂ ਦੇ ਉੱਪਰ ਉਹ ਪਰ ਮੇਰਾ ਖਿਆਲ ਆ ਜੀ ਜਿਹੜਾ ਉਹ ਲੈਕਚਰ ਸੀਗਾ ਉਹਦੇ ਵਿੱਚ ਜਿਹੜਾ ਅਸੀਂ ਪਿਛਲੇ 3-4 ਹਫ਼ਤਿਆਂ ਤੋਂ ਚਲਾਉਂਦੇ ਪਏ ਸੀਗੇ ਨੰਦਨੀ ਸੁੰਦਰ ਹੁਣਾਂ ਦਾ ਖਾਸ ਕਰਕੇ ਹਿੰਦੂਤਵ ਦਾ ਮੂਵਮੈਂਟ ਦੇ ਉੱਪਰ ਉਹਨਾਂ ਦਾ ਮੇਨਲੀ ਕਹਿਣਾ ਇਹ ਸੀਗਾ ਕਿ ਇਸ ਜਿਹੜੀ ਮੂਵਮੈਂਟ ਹੈਗੀ ਹੈ ਇਹਦਾ ਹਿੰਦੂ ਧਰਮ ਨਾਲ ਵੀ ਇਹਦਾ ਕੋਈ ਸੰਬੰਧ ਨਹੀਂ ਹੈਗਾ ਇਹ ਇੱਕ ਪੋਲੀਟੀਕਲ ਮੂਵਮੈਂਟ ਹੈ ਇੱਕ ਫਾਸ਼ੀਵਾਦੀ ਮੂਵਮੈਂਟ ਹੈ ਤੇ ਹੁਣ ਉਹ ਮੂਵਮੈਂਟ ਹੋਰ ਵੀ ਤਿੱਖੀ ਹੋਊਗੀ ਕਿਉਂਕਿ ਸਰਕਾਰ ਇਹਨਾਂ ਦੀ ਆ ਚੁੱਕੀ ਹੈ ਸੋ ਉਹ ਟਾਈਮਿੰਗ ਜਿਹੜੀ ਸੀਗੀ ਬਿਲਕੁਲ ਠੀਕ ਸੀਗੀ ਉਦੋਂ ਮੋਦੀ ਦੀ ਸਰਕਾਰ ਆਉਣ ਕਰਕੇ ਸਾਨੂੰ ਇਹ ਲੱਗਿਆ ਕਿ ਇਸ ਚੀਜ਼ ਦਾ ਜਿਹੜਾ ਇਹਦੀ ਖਿਲਾਫਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਮੂਵਮੈਂਟ ਤਿੱਖੀ ਹੁੰਦੀ ਜਾ ਰਹੀ ਹੈ ਸੋ ਅਨੂ ਜੀ ਉਹਦੇ ਵਿੱਚ ਆਪਾਂ ਜਿਹੜੀ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਖਾਸ ਕਰਕੇ ਬੀਜੇਪੀ ਤੇ VHP ਤੇ ਸੇਵਾ ਇਹ ਤੇ ਇਹਨਾਂ ਦੀਆਂ ਜਿਹੜੀਆਂ ਨੋਨ ਜਿਹੜੀਆਂ ਪੋਲੀਟੀਕਲ ਵਿੰਗ ਉਹ ਤੇ ਹੈ ਨੇ ਜਿਹੜੇ ਇਹਨਾਂ ਦੇ ਦੂਸਰੇ ਵਿੰਗ ਸੀਗੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦਾ ਨਾਂ ਸੁਣਿਆ ਲੱਗਦਾ ਹੈ ਕਿ ਇਹ ਬੜੇ ਲੋਕਾਂ ਦੀ ਚੈਰਿਟੀ ਕਰਨ ਵਾਲੇ ਸੰਸਥਾਵਾਂ ਨੇ ਜਿਹਦੇ ਵਿੱਚ ਸੇਵਾ ਇੰਟਰਨੈਸ਼ਨਲ ਸੇਵਾ ਭਾਰਤੀ ਵਿਦਿਆ ਭਾਰਤੀ ਵਨਵਾਸੀ ਕਲਿਆਣ ਆਸ਼ਰਮ ਏਕਲ ਵਿਦਿਆਲਿਆ ਫਾਊਂਡੇਸ਼ਨ ਵਿਕਾਸ ਭਾਰਤੀ ਸੰਸਕ੍ਰਿਤ ਭਾਰਤੀ ਸੋ ਇਹ ਇਹਨਾਂ ਦੇ ਔਰ ਜਿਹੜੀ ਅਨੂ ਜੀ ਜਿਹੜਾ ਆਦੀਵਾਸੀਆਂ ਦੇ ਉੱਪਰ ਜਿਹੜੀ ਉਹਨਾਂ ਦਾ ਕਲਚਰ ਖਤਮ ਕਰਕੇ ਉਹਨਾਂ ਜਿਹੜਾ ਹਿੰਦੂਤਵਤਾ ਦੇ ਵਿੱਚ ਇੱਕ ਫਾਸ਼ੀਵਾਦੀ ਮੂਵਮੈਂਟ ਦੇ ਵਿੱਚ ਉਹਨਾਂ ਨੂੰ ਇਨਵੋਲਵ ਕੀਤਾ ਜਾ ਰਿਹਾ ਕਿਉਂਕਿ ਲੋਕੀ ਗਰੀਬ ਨੇ ਔਰ ਉਹਦੀ ਜਿਹੜੀ ਫੰਡਿੰਗ ਹੈ ਜਿਹੜੀ ਨੰਦਨੀ ਸੁੰਦਰ ਹੁਣਾਂ ਨੇ ਜਿਹੜੀ ਗੱਲਬਾਤ ਦੱਸੀ ਹੈ ਉਹ ਸਾਰੀ ਦੀ ਸਾਰੀ ਬਾਹਰ ਦੀ ਆਰਗੇਨਾਈਜੇਸ਼ਨ ਜਿਹੜੀ ਹੈ ਹਿੰਦੁਸਤਾਨ ਤੋਂ ਬਾਹਰ ਦੀ ਇੱਕ ਆਰਗੇਨਾਈਜੇਸ਼ਨ ਹੈ ਜਿਹਦਾ ਨਾਂ ਹੈਗਾ ਆ ਫਰੈਂਡਸ ਆਫ ਇੰਡੀਆ ਸੋ ਦੋਸਤੋ ਹੁਣ ਜਦੋਂ ਵੀ ਤੁਸੀਂ ਇਸ ਆਰਗੇਨਾਈਜੇਸ਼ਨ ਦਾ ਤੁਸੀਂ ਨਾਂ ਸੁਣਨਾ ਆ ਜੇ ਤੁਸੀਂ ਇਸ ਆਰਗੇਨਾਈਜੇਸ਼ਨ ਦੇ ਵਿੱਚ ਤੁਸੀਂ ਭਾਗ ਲੈਂਦੇ ਹੋ ਤੁਸੀਂ ਡਾਇਰੈਕਟਲੀ ਰਿਸਪੌਂਸਿਬਲ ਹੋ ਉਹ ਜਿਹੜੇ ਲੋਕ ਹਿੰਦੁਸਤਾਨ ਦੇ ਵਿੱਚ ਆਪਣੀ ਐਗਜ਼ਿਸਟੈਂਸ ਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਸੰਘਰਸ਼ ਕਰਦੇ ਪਏ ਨੇ ਇਹ ਜਿਹੜੀ ਫਰੈਂਡਸ ਆਫ ਇੰਡੀਆ ਵਾਲੀ ਸੰਸਥਾ ਹੈਗੀ ਆ ਉਹ ਡਾਇਰੈਕਟਲੀ ਉਹਨਾਂ ਨੂੰ ਸਪਾਂਸਰ ਕਰਦੀ ਹੈ ਸੋ ਬੇਸਿਕਲੀ ਉਹਨਾਂ ਨੇ ਇਹੀ ਗੱਲ ਖਤਮ ਕੀਤੀ ਸੀਗੀ ਕਿ ਇਹ ਇਤਿਹਾਸਕ ਤੌਰ ਦੇ ਵਿੱਚ ਕ੍ਰਿਸਚੀਅਨ ਕਨਵਰਸ਼ਨ ਵੀ ਹੋਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਇੱਕ ਸਰਕਾਰੀ ਸਪਾਂਸਰਡ ਕਨਵਰਸ਼ਨ ਆ ਜਿਹਦੇ ਵਿੱਚ ਸਰਕਾਰ ਉਹਨਾਂ ਨੇ ਸਭ ਤੋਂ ਜਿਹੜੀ ਵਧੀਆ ਐਗਜ਼ਾਮਪਲ ਦਿੱਤੀ ਸੀਗੀ ਕਿ ਕਿਸੇ ਬਿਹਾਰ ਦੇ ਏਰੀਆ ਦੇ ਵਿੱਚ ਝੁੱਗੀ ਝੌਂਪੜੀ ਦਾ ਏਰੀਆ ਹੈਗਾ ਆ ਜਿੱਥੇ ਉਹਨਾਂ ਦੇ ਕੋਲੇ ਪਾਣੀ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਤੇ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਕਿ ਜੇ ਸਾਨੂੰ ਪਾਣੀ ਬਿਜਲੀ ਦਾ ਤੁਸੀਂ ਪ੍ਰਬੰਧ ਨਾ ਕਰਕੇ ਦਿੱਤਾ ਤੇ ਅਸੀਂ ਬੁੱਧ ਧਰਮ ਨੂੰ ਅਪਣਾ ਲਾਂਗੇ ਔਰ ਉਸੇ ਵੇਲੇ ਸਰਕਾਰ ਜਿਹੜੀ ਆ ਉਹ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਉਹਨਾਂ ਨੂੰ ਉਹ ਜਿਹੜਾ ਪ੍ਰਬੰਧ ਉਹਨਾਂ ਦਾ ਕੀਤਾ ਜਾਂਦਾ ਹੈ ਜਦ ਕਿ ਜਿਹੜੀ ਹਿੰਦੂਤਵਤਾ ਦੇ ਵਿੱਚ ਜਿਹੜੀ ਕਨਵਰਸ਼ਨ ਹੋ ਰਹੀ ਹੈ ਸਰਕਾਰ ਉਹਨੂੰ ਪੂਰੇ ਤਰੀਕੇ ਨਾਲ ਸਪੋਰਟ ਕਰ ਰਹੀ ਹੈ ਔਰ ਇਹਨਾਂ ਦੇ ਪੂਰੇ ਹਥਿਆਰਬੰਦ ਇਹਨਾਂ ਦੇ ਆਪਣੇ ਸਿਪਾਹੀ SPO ਜਿਹਨਾਂ ਨੂੰ ਕਹਿੰਦੇ ਨੇ ਉਹ ਹੈ ਨੇ ਸੋ ਬੇਸਿਕਲੀ ਬਹੁਤ ਅਨੂ ਜੀ ਕੇਅਰਫੁਲ ਹੋ ਕੇ ਚੱਲਣਾ ਪੈਣਾ ਆ ਖਾਸ ਕਰਕੇ ਜਿਹੜੀ ਮੋਦੀ ਦੀ ਸਰਕਾਰ ਔਰ ਇਹਨਾਂ ਦਾ ਜਿਹੜਾ ਰੂਪ ਆ ਜਿਹੜਾ ਹੋਰ ਵੀ ਤਿੱਖਾ ਹੋਊਗਾ ਤੁਸੀਂ ਮੇਰੇ ਖਿਆਲ ਕੁਝ ਖਬਰਾਂ ਪੜ੍ਹਦੇ ਵੀ ਪਏ ਸੀਗੇ ਨਵੀਆਂ ਆਲਰੇਡੀ ਮੇਰੇ ਖਿਆਲ ਮੇਨ ਸਟ੍ਰੀਮ ਮੀਡੀਆ 'ਚ ਵੀ ਹੋਣੀ ਚਾਹੀਦੀ ਹੈ ਖਬਰ ਕਿ ਆਲਰੇਡੀ ਮੋਦੀ ਸਰਕਾਰ ਨੇ ਕੀਮਤਾਂ ਵਧਾਈਆਂ ਨੇ ਫਿਊਲ ਦੀਆਂ ਕੀਮਤਾਂ ਔਰ ਰਸੋਈ ਗੈਸ ਦੀਆਂ ਕੀਮਤਾਂ ਵਧਾਈਆਂ ਨੇ ਔਰ ਜਿਹੜੀ ਤੁਸੀਂ ਸਬਸਿਡੀ ਦੀ ਗੱਲ ਕਰਦੇ ਸੀ ਉਹ ਬਹੁਤ ਹੀ ਇੰਟਰਸਟਿੰਗ ਸੀ ਚੀਨੀ ਦਾ ਰੇਟ ਵੀ ਵਧਾ ਦਿੱਤਾ ਗਿਆ ਹੈ ਔਰ ਉੱਥੇ ਕੱਲ ਪਰਸੋਂ ਮੈਂ ਸੁਣ ਰਹੀ ਸੀ ਸੁਸ਼ੀਲ ਦਸਾਂਝ ਜੀ ਜਿਹੜੇ ਕਿ ਬਹੁਤ ਵਧੀਆ ਪੱਤਰਕਾਰ ਨੇ ਮੈਂ ਕਹਾਂਗੀ ਮੈਨੂੰ ਲੱਗਦਾ ਹੈ ਕਾਫੀ ਹੱਦ ਤੱਕ ਉਹ ਸਹੀ ਖਬਰਾਂ ਦਿੰਦੇ ਨੇ ਜਿਨ੍ਹਾਂ ਸਰੋਤਿਆਂ ਨੇ ਸਪਾਈਸ ਸੁਣਿਆ ਹੋਵੇ ਪਿਛਲੇ 2-4 ਦਿਨਾਂ 'ਚ ਉਹਨਾਂ ਨੂੰ ਜਾਣਕਾਰੀ ਹੋਏਗੀ ਇਸ ਖਬਰ ਦੀ ਤੋ ਸੁਸ਼ੀਲ ਜੀ ਕਹਿ ਰਹੇ ਸਨ ਕਿ ਚੀਨੀ ਦੇ ਰੇਟ ਤੇ ਵਧਾ ਦਿੱਤੇ ਗਏ ਨੇ ਆਮ ਇਨਸਾਨ ਸੋ ਜ਼ਿਆਦਾ ਉਹਦੇ ਲਈ ਪੇ ਕਰੇਗਾ ਉੱਥੇ ਹੀ ਪੰਜਾਬ ਦੇ ਉਹ ਆંકੜੇ ਦੇ ਰਹੇ ਸਨ ਪਤਾ ਨਹੀਂ ਕਿੰਨੇ ਕਰੋੜਾਂ ਰੁਪਏ ਜਿਹੜੇ ਨੇ ਉਹ ਗੰਨੇ ਦੀ ਫਸਲ ਲਈ ਕਿਸਾਨਾਂ ਨੂੰ ਦੇਣ ਵਾਲੇ ਪੈਂਡਿੰਗ ਨੇ ਸਰਕਾਰ ਨੇ ਦੇਣੇ ਨੇ ਸੋ ਉਹਨਾਂ ਨੇ ਉਹ ਕੋਈ ਜਿਹੜਾ ਦੇਣ ਵਾਲੇ ਪੈਸੇ ਨੇ ਨਹੀਂ ਦਿੱਤੇ ਕਿਸਾਨਾਂ ਦੇ ਇਨਸਟੈਡ ਉਹਨਾਂ ਨੇ ਜਿਹੜੇ ਸ਼ੂਗਰ ਮਿੱਲਾਂ ਵਾਲੇ ਨੇ ਉੱਪਰ ਬੈਠੇ ਨੇ ਜਿਹੜੇ ਕਾਰਪੋਰੇਟ ਉਹਨਾਂ ਨੂੰ ਸਬਸਿਡੀ ਦੇ ਦਿੱਤੀ ਹੈ ਜੀ
ਸੋ ਇੱਧਰ ਇੱਕ ਪਾਸੇ ਰੇਟ ਵਧਾ ਦਿੱਤਾ, ਆਮ ਇਨਸਾਨ ਜ਼ਿਆਦਾ ਪੈਸੇ ਦੇ ਕੇ ਚੀਨੀ ਖਰੀਦੇਗਾ, ਦੂਜੇ ਪਾਸੇ ਜਿਹੜਾ ਕਿਸਾਨ ਪਹਿਲਾਂ ਹੀ ਪੀੜਤ ਹੈ ਉਹਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਔਰ ਉਲਟਾ ਜਿਹੜੇ ਉੱਪਰ ਆਲਰੇਡੀ ਮੁਨਾਫਾ ਬਣਾ ਰਹੇ ਨੇ ਉਹਨਾਂ ਦੇ ਮੁਨਾਫੇ ਵਿੱਚ ਹੋਰ ਇਜ਼ਾਫਾ ਕਰ ਦਿੱਤਾ ਗਿਆ। ਸੋ ਇਹ ਮੋਦੀ ਸਰਕਾਰ ਦੀ ਦੇਣ ਹੈ। ਅਨੂ ਜਿਹੜੇ ਸਰੋਤੇ ਆਪਣੇ ਨਾਲ ਅੱਜ ਸ਼ਾਇਦ ਨਵੇਂ ਜੁੜੇ ਹੋਣਗੇ ਉਹਨਾਂ ਦੇ ਵਾਸਤੇ ਇਹ ਹਿੰਦੁਸਤਾਨ ਦੀ ਇਹ ਕੋਈ ਨਵੀਂ ਪਾਲਿਸੀ ਨਹੀਂ ਹੈ। ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀਗਾ, ਨਹਿਰੂ ਹੁਣਾਂ ਦੀ ਬਿਲਕੁਲ ਇਹੀ ਪਾਲਿਸੀ ਸੀਗੀ ਕਿ ਜਿਹੜਾ ਅਮੀਰ ਵਾ ਉਹਨੂੰ ਹੋਰ ਅਮੀਰ ਬਣਾਇਆ ਜਾਵੇ। ਉਹਦਾ ਜਿਹੜਾ ਟੀਅਰ ਡਾਊਨ ਇਫੈਕਟ ਹੋਊਗਾ ਉਹ ਜਿਹੜਾ ਹੌਲੀ ਹੌਲੀ ਉਹ ਪਹੁੰਚਦਾ ਰਿਸਦਾ ਉਹ ਗਰੀਬ ਲੋਕਾਂ ਤੱਕ ਪਹੁੰਚੂਗਾ। ਇਹ ਉਦੋਂ ਦੀ 47 ਤੋਂ ਬਾਅਦ ਦੀ ਇਹ ਪਾਲਿਸੀ ਹੈ ਔਰ ਹੁਣ ਤੱਕ ਉਹ ਉਵੇਂ ਹੀ ਚੱਲਦੀ ਆ ਰਹੀ ਹੈ। ਔਰ ਖਾਸ ਅਨੂ ਜਿਹੜੀ ਇੱਕ ਆਪਾਂ ਹੋਰ ਵੀ ਇਹਦੇ ਨਾਲ ਮਿਲਦੀ ਜੁਲਦੀ RSS ਦੇ ਨਾਲ ਮਿਲਦੀ ਜੁਲਦੀ ਗੱਲਬਾਤ ਕਰਾਂਗੇ, ਉਹ ਇਹ ਵੀ ਹੈ ਕਿ ਜਿਹੜਾ ਆਪਾਂ ਅਗਲੇ ਘੱਟੋ ਘੱਟ ਮੇਰੇ ਖਿਆਲ ਨੂੰ ਜੀ ਆਪਾਂ 4-5 ਪ੍ਰੋਗਰਾਮ ਤੇ ਜ਼ਰੂਰ ਕਰਾਂਗੇ ਜਿਹੜੀ ਇਜ਼ਰਾਈਲ ਦੀ ਕ੍ਰੀਏਸ਼ਨ ਵਾ, ਉਹ ਜਿਹੜੀ ਜ਼ਾਇਨਿਸਟ ਮੂਵਮੈਂਟ ਆ, ਔਰ ਉਹ ਤੁਹਾਨੂੰ ਆਪਣੇ ਆਪ ਤੁਹਾਨੂੰ ਪੈਰਲਲ ਜਿਹੜੇ ਆ ਉਹ ਦਿਸਣੇ ਸ਼ੁਰੂ ਹੋ ਜਾਣਗੇ ਕਿ RSS ਵਰਗੀ ਸੰਸਥਾ ਤੇ ਉਹਨਾਂ ਦੇ ਵਿੱਚ ਕਿੰਨੀਆਂ ਸਿਮਿਲੈਰਿਟੀਜ਼ ਨੇ। ਜੀ ਹਾਂਜੀ, ਤੋਂ ਗੱਲਬਾਤ ਜਿਹੜੀ ਅਸੀਂ ਕਰ ਰਹੇ ਸੀਗੇ ਸਲਵਾ ਜੁਡਮ ਦੀ, ਥੋੜਾ ਜਿਹਾ ਇੱਥੇ ਸਰੋਤਿਆਂ ਨੂੰ ਵੀ ਯਾਦ ਕਰਵਾਉਂਦੇ ਚੱਲੀਏ ਕਿ ਕਿਉਂ ਇਹ ਸਾਰਾ ਕੁਝ ਉਸ ਇਲਾਕੇ ਵਿੱਚ ਕੀਤਾ ਗਿਆ। ਉਹ ਆਪਣੇ ਤੌਰ ਤੇ ਉਹ ਇਹ ਕਹਿੰਦੇ ਨੇ ਕਿ ਡਿਵੈਲਪਮੈਂਟ ਦੇ ਨਾਂ ਤੇ ਉਹ ਆਦੀਵਾਸੀ ਜਿਹੜੇ ਨੇ ਉਹਨਾਂ ਨੂੰ ਅਸੀਂ ਡਿਵੈਲਪ ਕਰਨਾ ਚਾਹੁੰਦੇ ਆ, ਕਿਉਂਕਿ ਉਹ ਜੰਗਲੀ ਨੇ, ਉਹਨਾਂ 'ਚ ਕੋਈ ਸਿਵਲਾਈਜੇਸ਼ਨ ਨਹੀਂ ਹੈ, ਡਿਵੈਲਪਮੈਂਟ ਨਹੀਂ ਹੈ। ਹਾਲਾਂਕਿ ਸਰਾਸਰ ਗਲਤ ਹੈ। ਜਿਸ ਤਰ੍ਹਾਂ ਉਹ ਨੰਦਨੀ ਸੁੰਦਰ ਜੀ ਆਪਣੇ ਲੈਕਚਰ 'ਚ ਦੱਸਦੇ ਨੇ ਕਿ ਉਹਨਾਂ ਦੇ ਆਪਣੇ ਰੀਤੀ ਰਿਵਾਜ ਨੇ, ਆਪਣੀ ਉਹਨਾਂ ਦੀ ਭਾਸ਼ਾ ਨੇ, ਕਈ ਭਾਸ਼ਾਵਾਂ ਨੇ ਉਹਨਾਂ ਦੀਆਂ। ਤੋ ਉਹ ਮੈਂ ਕਹਾਂਗੀ ਕਿ ਉਹਨਾਂ ਦੀ ਆਪਣੀ ਸਿਵਲਾਈਜੇਸ਼ਨ ਹੈ, ਉਹ ਅਨਸਿਵਲਾਈਜ਼ਡ ਲੋਕ ਨਹੀਂ ਹਨ। ਵਿੱਚ ਜਿਹੜਾ ਅਸਲ ਮੁੱਦਾ ਹੈ ਕਿ ਉਸ ਏਰੀਆ ਵਿੱਚ ਬਹੁਤ ਜ਼ਿਆਦਾ ਬੌਕਸਾਈਟ ਹੈ, ਬਹੁਤ ਮਿਨਰਲਸ ਨੇ, ਖਣਿਜ ਨੇ, ਉਹਨਾਂ ਦੀ ਮਾਈਨਿੰਗ ਕਰਨੀ ਹੈ ਅਸੀਂ। ਤੋ ਉਹ ਜਿਹੜੀ ਜ਼ਮੀਨ ਹੈ ਜਿਹਦੇ ਤੇ ਆਦੀਵਾਸੀਆਂ ਦਾ ਹੱਕ ਹੈ, ਜਿੱਥੇ ਉਹ ਰਹੇ ਨੇ ਸ਼ੁਰੂ ਤੋਂ, ਉਹ ਜ਼ਮੀਨ ਤੋਂ ਉਹਨਾਂ ਨੂੰ ਡਿਸਪਲੇਸ ਕਰਨਾ ਹੈ। ਹਾਂਜੀ ਅਨੂ ਜੀ, ਬਹੁਤ ਇੰਟਰਸਟਿੰਗ ਗੱਲ ਕੀਤੀ ਹੈ, ਕਿਉਂਕਿ ਉਹਨਾਂ ਦਾ ਐਸਸੀ ਜਿਹੜੀ ਆਪਾਂ ਤਰਜੁਮਾ ਕਰਦੇ ਪਏ ਸੀਗੇ ਉਹਦੇ ਵਿੱਚ ਇੱਕ ਹੋਰ ਸੈਸ਼ਨ ਆ ਕੁਐਸਚਨ ਐਂਡ ਆਨਸਰ ਦਾ। ਹਾਂਜੀ, ਤੇ ਜਦੋਂ ਉਹ ਕੁਐਸਚਨ ਇਹੋ ਜਿਹੇ ਬੇਹੂਦਾ ਕਿਸਮ ਦੇ ਹੁੰਦੇ ਨੇ, ਉਹ ਕਾਫੀ ਗੁੱਸੇ ਦੇ ਵਿੱਚ ਫਿਰ ਇਹ ਦੱਸਦੇ ਨੇ ਕਿ ਜਿਨ੍ਹਾਂ ਦੇ ਦੇਵੀ ਦੇਵਤੇ, ਜਿਨ੍ਹਾਂ ਲੋਕਾਂ ਦੇ ਦੇਵੀ ਦੇਵਤੇ ਤੁਸੀਂ ਚੱਕ ਕੇ ਤੁਸੀਂ ਉਹਨਾਂ ਦਾ ਇਤਿਹਾਸ, ਉਹਨਾਂ ਦਾ ਸ਼ਿਵ ਜੀ, ਉਹਨਾਂ ਦੇ ਦੇਵੀ ਦੇਵਤੇ ਤੁਸੀਂ ਉਹਨਾਂ ਕੋਲੋਂ ਲੈ ਕੇ ਦੱਸਦੇ ਪਏ ਹੋ ਕਿ ਇਹ ਅਸੀਂ ਹੁਣ ਘਰ ਵਾਪਸੀ ਤੁਸੀਂ ਸਾਡੇ ਕੋਲ ਮੁੜ ਕੇ ਆਓ, ਜਦ ਕਿ ਜਿਹੜਾ ਇਤਿਹਾਸ ਆ ਸਾਰਾ ਜਿਹੜਾ ਉਹ ਸਾਰਾ ਉਹਨਾਂ ਲੋਕਾਂ ਦਾ ਹੈਗਾ ਆ, ਪੁਰਾਣਾ ਜਿਹੜਾ ਆਦਿ ਇਤਿਹਾਸ ਹੈ। ਜੀ, ਤੋਂ ਇਸ ਟੌਪਿਕ ਨੂੰ ਅਸੀਂ ਇੱਥੇ ਫਿਲਹਾਲ ਛੱਡਦੇ ਹਾਂ। ਅਗਰ ਹੋਰ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਡਿਵੈਲਪਮੈਂਟਸ ਹੋਣਗੀਆਂ ਉਸ ਰੀਜਨ 'ਚ, ਉਸ ਮੂਵਮੈਂਟ ਦੀਆਂ, ਤਾਂ ਜ਼ਰੂਰ ਅਸੀਂ ਆਪਣੇ ਸਰੋਤਿਆਂ ਦੀ ਨਜ਼ਰ ਕਰਦੇ ਰਵਾਂਗੇ। ਤੋ ਹੁਣ ਭਾਰਤੀ ਜੀ, ਜਿਹੜਾ ਪਿਛਲੇ ਹਫ਼ਤੇ ਮੈਂ ਇੱਕ ਗੱਲ ਸ਼ੁਰੂ ਕੀਤੀ ਸੀਗੀ ਆਪਣੇ ਸਰੋਤਿਆਂ ਨਾਲ ਨਾ ਬਰਾਬਰਤਾ ਦੀ, ਇਨਇਕੁਆਲਿਟੀ ਦੀ, ਉਹਦੇ ਵਿੱਚ ਆંકੜੇ ਕਾਫੀ ਸਾਰੇ ਪੇਸ਼ ਕੀਤੇ ਸਨ ਮੈਂ USA ਦੇ ਕਿ ਕਿਸ ਤਰ੍ਹਾਂ ਬਹੁਤ ਗੈਪ ਹੈ ਅਮੀਰਾਂ ਦਾ ਔਰ ਗਰੀਬਾਂ ਦਾ। ਨਿਊਜ਼ੀਲੈਂਡ ਦੇ ਵੀ ਥੋੜੇ ਜਿਹੇ ਆંકੜੇ ਸ਼ੇਅਰ ਕਰਨੇ ਸ਼ੁਰੂ ਕੀਤੇ ਸੀ। ਤੋ ਉਸ ਟੌਪਿਕ ਤੇ ਗੱਲ ਜਿਹੜੀ ਮੈਂ ਖਾਸ ਤੌਰ ਤੇ ਅੱਜ ਫੋਕਸ ਰੱਖਾਂਗੀ ਕਿ ਇੱਥੇ ਨਿਊਜ਼ੀਲੈਂਡ ਵਿੱਚ ਬੱਚਿਆਂ ਵਿੱਚ ਜਿਹੜੀ ਗਰੀਬੀ ਹੈ ਉਹਦੀ ਗੱਲਬਾਤ ਕਰਨਾ ਚਾਹਾਂਗੀ ਕਿ ਪਿਛਲੇ ਸਾਲ ਦੇ ਆંકੜੇ ਦੱਸੇ ਜਾਂਦੇ ਨੇ। 2013 ਵਿੱਚ ਇਹ ਦੱਸਿਆ ਜਾਂਦਾ ਹੈ ਕਿ 2,85,000 ਬੱਚੇ, ਯਾਨੀ ਕਿ ਅਗਰ ਪੂਰੀ ਬੱਚਿਆਂ ਦੀ ਪੋਪੂਲੇਸ਼ਨ ਨਿਊਜ਼ੀਲੈਂਡ ਦੀ ਦੇਖੀ ਜਾਵੇ ਤਾਂ 27% ਜਿਹੜੇ ਨੇ, ਐਕਚੁਅਲੀ ਪਿਛਲੇ ਸਾਲ ਦੇ ਫਿਗਰ ਨਹੀਂ, ਇਹ ਹੁਣ ਦੇ ਫਿਗਰ ਨੇ। ਇਸ ਵਕਤ 27% ਜਿਹੜੇ ਬੱਚੇ ਨੇ ਨਿਊਜ਼ੀਲੈਂਡ ਵਿੱਚ ਉਹ ਗਰੀਬੀ ਦੀ ਹਾਲਤ ਵਿੱਚ ਰਹਿੰਦੇ ਨੇ। ਤਾਂ ਗਰੀਬੀ ਦੀ ਡੈਫੀਨੇਸ਼ਨ ਉਹ ਦਿੰਦੇ ਨੇ ਕਿ ਜਿਹੜੀਆਂ ਤੁਹਾਡੀ ਬੇਸਿਕ ਲੋੜਾਂ ਨੇ, ਕੱਪੜੇ, ਚੰਗੇ ਕੱਪੜੇ, ਚੰਗਾ ਖਾਣਾ, ਸ਼ੂਜ਼, ਚੰਗੀ ਸਿਹਤ ਹੋਣਾ, ਇਹ ਲੋੜਾਂ ਜਿਹੜੀਆਂ ਨੇ ਉਹ ਬੱਚਿਆਂ ਦੀਆਂ ਪੂਰੀਆਂ ਨਹੀਂ ਹੁੰਦੀਆਂ। ਉਹ ਗਰੀਬੀ ਦੀ ਉਹਨਾਂ ਦੀ ਪਰਿਭਾਸ਼ਾ ਹੈ। ਤੋ ਇਸ ਵਕਤ 2,85,000 ਯਾਨੀ ਕਿ 27% ਬੱਚੇ ਨਿਊਜ਼ੀਲੈਂਡ ਵਿੱਚ ਗਰੀਬੀ ਦੀ ਹਾਲਤ ਵਿੱਚ ਰਹਿ ਰਹੇ ਨੇ। ਔਰ 5 ਚੋਂ 3 ਬੱਚੇ ਜਿਹੜੇ ਨੇ ਉਹ ਲਗਾਤਾਰ ਗਰੀਬੀ ਵਿੱਚ ਪਲਦੇ ਨੇ, ਮਤਲਬ ਕਿ ਈਅਰ ਆਫਟਰ ਈਅਰ ਉਹ ਗਰੀਬੀ ਵਿੱਚ ਉਹਨਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਪੂਰਾ ਬਚਪਨ ਗਰੀਬੀ ਵਿੱਚ ਗੁਜ਼ਰਦਾ ਹੈ। ਤੋ ਇਹ ਡਿਵੈਲਪਡ ਦੇਸ਼ ਨਿਊਜ਼ੀਲੈਂਡ ਦੇ ਹਾਲਾਤ ਨੇ ਇਸ ਵਕਤ। ਪਿਛਲੇ ਹਫ਼ਤੇ ਮੈਂ ਹੋਰ ਵੀ ਇੱਕ ਬੜਾ ਖਤਰਨਾਕ ਸਟੈਟਿਸਟਿਕ ਸ਼ੇਅਰ ਕੀਤਾ ਸੀ ਕਿ ਨਿਊਜ਼ੀਲੈਂਡ ਦਾ 2012 ਦਾ ਜਿਹੜਾ ਮਿਲਟਰੀ ਬਜਟ ਹੈ ਉਹ $1.8 ਬਿਲੀਅਨ
ਸੀ ਤੋ ਉਹਦੇ ਚੋਂ ਅਸੀਂ ਕੀ ਗੱਲ ਥੋੜਾ ਜਿਹਾ ਘਟਾ ਕੇ ਆਪਣੇ ਬੱਚਿਆਂ ਤੇ ਨਹੀਂ ਲਗਾ ਸਕਦੇ ਮੈਨੂੰ ਨਹੀਂ ਉਹਨੂੰ ਇਦਾਂ ਨਹੀਂ ਹੋ ਸਕਦਾ ਕਿਉਂਕਿ ਦੁਨੀਆ ਦੇ ਵਿੱਚ ਜਿਹਨੂੰ ਅਸੀਂ ਮਿਲਟਰੀ ਇੰਡਸਟਰੀਅਲ ਜਿਹੜਾ ਕੰਪਲੈਕਸ ਕਹਿੰਦੇ ਆ ਜਿਹਦੇ ਵਿੱਚ ਵੱਡੀਆਂ ਕਾਰਪੋਰੇਸ਼ਨ ਗਵਰਨਮੈਂਟ ਦੇ ਵਿੱਚ ਲੌਬੀ ਉਹਨਾਂ ਦੀ ਉਹ ਹੀ ਦੁਨੀਆ ਦੇ ਉੱਪਰ ਅੱਜਕੱਲ ਰਾਜ ਕਰ ਰਹੇ ਨੇ ਜੀ ਔਰ ਨਾਲ ਇਹ ਵੀ ਗੱਲ ਕੀਤੀ ਸੀ ਕਿ ਨਿਊਜ਼ੀਲੈਂਡ ਵਰਗਾ ਜਿਹੜਾ ਛੋਟਾ ਜਿਹਾ ਦੇਸ਼ ਹੈ ਬਿਲਕੁਲ ਆਈਸੋਲੇਟਡ ਹੈ ਸਾਡੇ ਚਾਰੋਂ ਪਾਸੇ ਸਮੁੰਦਰ ਪਾਣੀ ਹੈ ਸਾਨੂੰ ਕਿੰਨਾ ਕੁ ਖਤਰਾ ਹੈ ਕਿਸੇ ਹੋਰ ਦੇਸ਼ ਤੋਂ ਹਮਲਾ ਹੋਣ ਦਾ ਚਲੋ ਅੱਜਕੱਲ ਦੇ ਹਾਈਟੈਕ ਜ਼ਮਾਨੇ 'ਚ ਜਿਹੜੀ ਫਿਜ਼ੀਕਲ ਆਈਸੋਲੇਸ਼ਨ ਹੈ ਸ਼ਾਇਦ ਇਹਨੇ ਮਾਨੀ ਨਹੀਂ ਰੱਖਦੀ ਕਿਤੋਂ ਵੀ ਹਮਲਾ ਹੋ ਸਕਦਾ ਹੈ ਪਰ ਮੈਨੂੰ ਜਿਹੜਾ ਫਿਗਰ 1.8 ਬਿਲੀਅਨ ਡਾਲਰਸ ਬਹੁਤ ਹਿਲਾਉਣ ਵਾਲੀ ਗੱਲ ਲੱਗਦੀ ਹੈ ਕਿ ਤਬਾਹੀ ਤੇ ਡਿਸਟਰਕਸ਼ਨ ਤੇ ਇੰਨਾ ਪੈਸਾ ਅਸੀਂ ਲਗਾ ਸਕਦੇ ਹਾਂ ਔਰ ਆਪਣੇ ਫਿਊਚਰ ਦੀ ਉਸਾਰੀ ਤੇ ਅਸੀਂ ਨਹੀਂ ਕੋਈ ਖਾਸ ਧਿਆਨ ਦਿੰਦੇ ਇਸ ਤੋਂ ਇਲਾਵਾ ਜਿਹੜੀ ਬੱਚਿਆਂ ਦੀ ਗਰੀਬੀ ਨੂੰ ਲੈ ਕੇ ਗੱਲ ਮੈਂ ਸ਼ੇਅਰ ਕਰਨਾ ਚਾਹੁੰਦੀ ਹਾਂ ਇੱਥੇ ਅਨੂ ਜੀ ਇੱਥੇ ਮੈਂ ਇੱਕ ਡੇਟਾ ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ ਹੈ ਅਫਗਾਨਿਸਤਾਨ ਤੇ ਜਦੋਂ ਹਮਲਾ ਕੀਤਾ ਗਿਆ ਤੇ ਜਿੰਨਾ ਮਿਲਟਰੀ ਸੀਗੇ ਉਹਦੇ ਵਿੱਚ ਬਿਲੀਅਨਸ ਆਫ ਡਾਲਰ ਜਿਹੜੇ ਮਿਲਟਰੀ ਦੇ ਲੱਗੇ ਆ ਤੇ ਪੂਰੇ ਅਫਗਾਨਿਸਤਾਨ ਨੂੰ ਬਣਾਉਣ ਵਾਸਤੇ ਸਿਰਫ $300 ਮਿਲੀਅਨ ਦਿੱਤੇ ਗਏ ਸੀ ਜਿਹਦੇ ਵਿੱਚ ਜਿੰਨੇ ਉੱਥੇ ਕੰਮ ਵੀ ਕਰਨ ਜਿਹੜੀ ਪਬਲਿਕ ਸਰਵਿਸ ਆ ਉਹਦੀ ਵੀ 1 ਸਾਲ ਦੀ ਤਨਖਾਹ ਪੂਰੀ ਨਹੀਂ ਹੋ ਸਕਦੀ ਬਾਕੀ ਜਿਹੜਾ ਤੁਸੀਂ ਉੱਥੇ ਬੰਬ ਕਦੀ ਸਰੋਤਿਓ ਕਦੀ ਜ਼ਿੰਦਗੀ 'ਚ ਕਿਤੇ ਕਦੀ ਮੌਕਾ ਮਿਲੇ ਤੇ ਪਲੀਜ਼ ਆਪਾਂ ਮੇਰੇ ਖਿਆਲ ਇਰਾਕ ਵਾਲੇ 'ਚ ਗੱਲ ਕਰਾਂਗੇ ਸੌਰੀ ਔਰ ਇਹ ਵੀ ਮੈਂ ਸੁਰਤਨ ਦੱਸੀ ਚਾਹਾਂ ਕਿ ਇਹ ਜਿਹੜੇ ਮੈਂ ਫਿਗਰਸ ਇਨਫੋਰਮੇਸ਼ਨ ਸ਼ੇਅਰ ਕਰ ਰਹੀ ਹਾਂ ਇਹ ਵੈਬਸਾਈਟ ਦਾ ਹਵਾਲਾ ਹੈ inequality.co.nz ਸੋ ਸਰੋਤਿਆਂ ਨੂੰ ਦਰਖਾਸਤ ਹੈ ਕਿ ਖੁਦ ਵੀ ਇਹ ਵੈਬਸਾਈਟ ਵਿਜ਼ਿਟ ਕਰਕੇ ਜਾਣਕਾਰੀ ਲੈਣ ਕਿਉਂਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਉੱਥੇ ਪਈ ਹੈ ਮੈਂ ਜੀ ਇਹ ਗੱਲ ਤੁਹਾਡੀ ਬਿਲਕੁਲ ਸੱਚੀ ਹੈ ਪਿਛਲੇ ਹਫਤੇ ਨੈਸ਼ਨਲ ਰੇਡੀਓ ਤੇ ਰਿਪੋਰਟ ਆ ਰਹੀ ਸੀ ਨਾਰਥ ਜਿਹੜਾ ਆਪਣਾ ਨਾਰਥ ਨਿਊਜ਼ੀਲੈਂਡ ਦੇ ਵਿੱਚ ਉੱਥੇ ਬੱਚਿਆਂ ਦੀ ਹਾਲਤ ਇੰਨੀ ਖਰਾਬ ਹੈ ਉੱਥੇ ਦਾ ਪ੍ਰਿੰਸੀਪਲ ਇਹ ਕਹਿ ਰਿਹਾ ਸੀਗਾ ਕਿ ਜਿਹੜੀ ਨੈਸ਼ਨਲ ਜਿਹੜੀ ਪਾਲਿਸੀ ਹੈਗੀ ਆ ਕਿ ਕੰਪੀਟੀਟਿਵ ਜਿਹੜੇ ਸਕੂਲ ਜ਼ਿਆਦਾ ਵਧੀਆ ਤਰੀਕੇ ਨਾਲ ਪਰਫਾਰਮ ਕਰਦੇ ਨੇ ਉਹਨਾਂ ਦੇ ਪ੍ਰਿੰਸੀਪਲ ਨੂੰ ਜ਼ਿਆਦਾ ਤਨਖਾਹ ਦਿੱਤੀ ਜਾਵੇ ਉਹ ਪ੍ਰਿੰਸੀਪਲ ਕਹਿੰਦਾ ਮੈਨੂੰ ਤਨਖਾਹ ਨਹੀਂ ਹੋਰ ਚਾਹੀਦੀ ਹੈਗੀ ਤੁਸੀਂ ਜਿਹੜੀਆਂ ਸਪੈਸ਼ਲ ਨੀਡਸ ਵਾਲੇ ਬੱਚੇ ਨੇ ਉਹਨਾਂ ਜਿਹੜੇ ਰਿਸੋਰਸ ਜਿਹੜੇ ਕੱਟ ਕਰ ਰਹੇ ਹੋ ਉਹਨਾਂ ਰਿਸੋਰਸਸ ਨੂੰ ਹੋਰ ਗਾਂ ਕਰੋ ਰਾਦਰ ਦੈਨ ਕਿ ਮੈਨੂੰ ਜਿਹੜੀ ਤੁਸੀਂ ਤਨਖਾਹ ਜ਼ਿਆਦਾ ਦੇਣੀ ਹੈ ਵੈਸੇ ਵੀ ਜਿਹੜਾ ਸਕੂਲ ਪਹਿਲੇ ਹੀ ਚੰਗੀ ਤਰ੍ਹਾਂ ਪਰਫਾਰਮ ਕਰ ਰਿਹਾ ਹੈ ਇਹਦਾ ਮਤਲਬ ਕਿ ਉਹ ਸ਼ਾਇਦ ਐਟ ਲਾਰਜ ਸਾਰਾ ਕੁਝ ਠੀਕ ਕਰ ਰਹੇ ਨੇ ਠੀਕ ਡਾਇਰੈਕਸ਼ਨ 'ਚ ਜਾ ਰਹੇ ਨੇ ਜਿਹੜੇ ਸਕੂਲ ਅੰਡਰ ਪਰਫਾਰਮ ਕਰ ਰਹੇ ਨੇ ਉਹ ਫੋਕਸ ਉੱਥੇ ਹੋਣਾ ਚਾਹੀਦਾ ਕਿ ਉਹਨਾਂ ਨੂੰ ਵੀ ਉਸ ਪੱਧਰ ਤੇ ਲਿਆਂਦਾ ਜਾਵੇ ਪਰ ਅਨੂ ਜੀ ਸਾਈਕੀ ਹੈ ਨਾ ਕਿਉਂਕਿ ਇਹ ਕੈਪੀਟਲਿਸਟ ਗਵਰਨਮੈਂਟ ਹੈ ਜਿਹੜੀ ਹੁਣ ਹੈ ਗਾਂ ਵਾਲੀ ਦਾ ਵੀ ਸ਼ਾਇਦ ਇਦਾਂ ਹੀ ਹੋਵੇ ਪਰ ਇਹ ਸਾਈਕੀ ਇਹਨਾਂ ਨੇ ਇਸ ਮੁਲਕ ਨੂੰ ਜਾਂ ਸਾਰੇ ਮੁਲਕਾਂ ਨੂੰ ਜਿਹੜੇ ਚਲਾਉਣੇ ਵਾਲੇ ਨੇ ਇਸ ਟਾਈਮ ਮੋਸਟਲੀ ਉਹ ਬਿਜ਼ਨਸ ਵਾਂਗੂ ਚਲਾ ਰਹੇ ਨੇ ਇਟਸ ਆਲ ਬਿਜ਼ਨਸ ਇਟਸ ਆਲ ਰੈਕਟ ਬਿਜ਼ਨਸ ਦਾ ਏਮ ਤਾਂ ਪ੍ਰੋਫਿਟ ਹੀ ਹੋਏਗਾ ਫਿਰ ਉਹਦੇ ਵਿੱਚ ਤੁਹਾਡੇ ਜਿਹੜੇ ਨਾਗਰਿਕ ਨੇ ਉਹਨਾਂ ਦੀ ਕੀ ਹਾਲਤ ਹੁੰਦੀ ਹੈ ਕੀ ਲੋੜਾਂ ਉਹ ਸੈਕੰਡਰੀ ਬਣ ਜਾਂਦੀ ਸੈਕੰਡਰੀ ਤੋਂ ਵੀ ਹੋਰ ਪਿੱਛੇ ਕੰਪੀਟੀਸ਼ਨ ਜਿਹੜਾ ਮੇਨ ਉਹਦਾ ਜਿਹੜਾ ਕੋਰ ਹੋਣਾ ਉਹ ਕੰਪੀਟੀਸ਼ਨ ਹਾਂਜੀ ਔਰ ਕੰਪੀਟੀਸ਼ਨ ਨੂੰ ਬਹੁਤ ਹੈਲਥੀ ਦੱਸਿਆ ਜਾਂਦਾ ਹੈ ਹਮੇਸ਼ਾ ਇਹੋ ਜਿਹੇ ਸਿਸਟਮ 'ਚ ਤੋ ਇੱਕ ਰਿਪੋਰਟ ਆਈ ਹੈ ਦਸੰਬਰ 2012 ਵਿੱਚ ਜਿਹਦੇ ਵਿੱਚ ਕਿ ਬੱਚਿਆਂ ਦੀ ਗਰੀਬੀ ਨੂੰ ਹਟਾਉਣ ਦੇ ਸੋਲੂਸ਼ਨ ਰეკਮੈਂਡ ਕੀਤੇ ਗਏ ਨੇ ਔਰ ਇਹ ਜਿਹੜੀ ਰਿਪੋਰਟ ਹੈ ਇੱਕ ਤਰ੍ਹਾਂ ਦੀ ਮੈਂ ਕਹਾਂਗੀ ਕਿ ਗਵਰਨਮੈਂਟ ਦੀ ਰਿਪੋਰਟ ਹੈ ਕਿਉਂਕਿ ਇੱਕ ਏਜੰਸੀ ਹੈ ਉਹਨਾਂ ਦਾ ਨਾਮ ਹੈ ਇਹ ਹਾਂਜੀ ਚਿਲਡਰਨਸ ਕਮਿਸ਼ਨਰਸ expert advisory group on solutions to child poverty so ਇਹ ਜਿਹੜਾ expert advisory group ਹੈ ਜਿਹੜਾ ਕਿ ਗਵਰਨਮੈਂਟ ਦੇ ਬੱਚਿਆਂ ਦਾ ਜਿਹੜਾ children's commissioner ਹੈ ਡਿਪਾਰਟਮੈਂਟ ਹੈ ਉਹਨਾਂ ਨੂੰ ਐਡਵਾਈਜ਼ ਕਰਦਾ ਹੈ ਗਵਰਨਮੈਂਟ ਤੋਂ ਇੰਡੀਪੈਂਡੈਂਟ ਹੈ ਬੋਡੀ ਪਰ ਐਡਵਾਈਜ਼ ਗਵਰਨਮੈਂਟ ਨੂੰ ਕਰਦੀ ਹੈ ਮਿਨਿਸਟਰੀ ਨੂੰ ਸੋ ਉਹਨਾਂ ਦੀ ਇਹ ਰਿਪੋਰਟ ਹੈ ਔਰ ਇਹਦੇ ਵਿੱਚ ਉਹਨਾਂ ਨੇ 78 ਰეკਮੈਂਡੇਸ਼ਨਸ ਕੀਤੀਆਂ ਨੇ ਬੱਚਿਆਂ ਦੀ ਗਰੀਬੀ ਨੂੰ ਹਟਾਉਣ ਲਈ ਸੋ ਇਸ ਵਕਤ ਇਸ ਪ੍ਰੋਗਰਾਮ 'ਚ ਇੰਨਾ ਟਾਈਮ ਤੇ ਨਹੀਂ ਹੈ ਕਿ ਮੈਂ ਉਹ ਕੱਲੀ ਰეკਮੈਂਡੇਸ਼ਨ ਤੁਹਾਡੇ ਨਾਲ ਇੱਥੇ ਖੁੱਲ ਕੇ ਵਿਸਥਾਰ 'ਚ ਡਿਸਕਸ ਕਰਾਂ ਪਰ ਮੋਸਟਲੀ ਉਹਨਾਂ ਨੇ ਇਹੋ ਹੀ ਕਿਹਾ ਹੈ ਕਿ ਇੱਕ ਤੇ ਇਹ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਦੋਨੋਂ ਕੰਮ ਕਰਦੇ ਨੇ ਉਹ ਬੱਚੇ ਵੀ ਕਾਫੀ ਹਾਲਾਤ ਵਿੱਚ ਨਿਗਲੈਕਟ ਹੁੰਦੇ ਨੇ ਖਾਸ ਤੌਰ ਤੇ ਅਗਰ ਉਹ ਪਹਿਲਾਂ ਹੀ ਗਰੀਬ ਪਰਿਵਾਰਾਂ 'ਚੋਂ ਹੋਣ ਸੋ ਉਹਨਾਂ ਨੇ ਇਹ ਰეკਮੈਂਡ ਕੀਤਾ ਹੈ ਕਿ ਜਿਹੜੇ ਵਰਕ ਪਲੇਸਿਸ ਨੇ ਉੱਥੇ ਫੈਮਿਲੀ ਫਰੈਂਡਲੀ ਐਟਮੋਸਫੀਅਰ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਉਹ ਮਾਪੇ ਨੇ ਉਹ ਇੱਕ ਅੱਛਾ ਵਰਕ ਲਾਈਫ ਬੈਲੈਂਸ ਰੱਖ ਸਕਣ ਇੱਕ ਇਹ ਬਹੁਤ ਵੱਡੀ ਉਹਨਾਂ ਦੀ ਰეკਮੈਂਡੇਸ਼ਨ ਹੈ ਦੂਸਰਾ ਉਹਨਾਂ ਨੇ ਹਾਊਸਿੰਗ
ਤੇ ਬਹੁਤ ਫੋਕਸ ਰੱਖਿਆ ਹੈ ਕਿ ਜਿਹੜੇ ਗਰੀਬ ਪਰਿਵਾਰ ਨੇ ਉਹ ਸਬ ਸਟੈਂਡਰਡ ਘਰਾਂ ਵਿੱਚ ਰਹਿੰਦੇ ਨੇ ਉੱਥੇ ਸਲਾਬ ਹੈ ਠੰਡ ਬਹੁਤ ਹੈ ਸੋ ਬੱਚਿਆਂ ਦੀ ਜਿਹੜੀ ਸਿਹਤ ਹੈ ਉਹਦੇ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਸੋ ਉਹ ਅਕਸਰ ਜਿਹੜੇ ਰੈਂਟਲ ਘਰਾਂ 'ਚ ਰਹਿੰਦੇ ਨੇ ਸਟੇਟ ਹੋਮਸ 'ਚ ਰਹਿੰਦੇ ਨੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਹਾਂਜੀ ਹਾਊਸਿੰਗ ਦਾ ਤੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਇੱਕੋ ਹੀ ਹੱਲ ਹੈ ਜੋ ਇੰਗਲੈਂਡ ਦੇ ਵਿੱਚ 1940 ਤੋਂ ਬਾਅਦ 1960 ਦੇ ਦਹਾਕੇ ਦੇ ਵਿੱਚ ਬਹੁਤ ਜ਼ਬਰਦਸਤ ਤਰੀਕੇ ਨਾਲ ਰੀਬਿਲਡ ਕੀਤਾ ਗਿਆ ਕਿ ਐਸਟੇਟ ਹਾਊਸਿੰਗ ਗਵਰਨਮੈਂਟ ਦੀ ਹਾਊਸਿੰਗ ਗਵਰਨਮੈਂਟ ਦੇ ਆਪਣੇ ਘਰ ਹੋਣ ਔਰ ਉਹਨਾਂ ਦਾ ਜਿਹੜਾ ਕਿਰਾਇਆ ਬਹੁਤ ਮਿਨੀਮਮ ਤਰੀਕੇ ਨਾਲ ਹੋਊਗੀ ਕਿਉਂਕਿ ਉਹਨਾਂ ਦਾ ਮਕਸਦ ਪ੍ਰੋਫਿਟ ਬਣਾਉਣਾ ਨਹੀਂ ਹੈਗਾ ਜਦ ਵੀ ਇਹ ਗੱਲਾਂ ਕਰਦੇ ਨੇ ਹਮੇਸ਼ਾ ਜਿਹੜੇ ਹਾਊਸਿੰਗ ਵਾਲੇ ਪ੍ਰੋਜੈਕਟ ਨੇ ਪ੍ਰਾਈਵੇਟ ਕੰਪਨੀ ਨੂੰ ਦਿੰਦੇ ਨੇ ਇਹ ਇਦਾਂ ਨਹੀਂ ਹੋ ਸਕਦਾ ਹੈਗਾ ਕਿ ਜਿਹੜੀ ਪ੍ਰਾਈਵੇਟ ਕੰਪਨੀ ਹੈ ਉਹ ਘਰ ਬਣਾ ਕੇ ਤੇ ਬਿਨਾਂ ਪ੍ਰੋਫਿਟ ਦੇ ਵਿੱਚੋਂ ਉਹਨਾਂ ਨੂੰ ਘਰ ਜਿਹੜਾ ਆਮ ਜਿਹੜਾ ਇਨਸਾਨ ਆ ਵਰਕਿੰਗ ਕਲਾਸ ਆ ਉਹਨੂੰ ਮੁਹੱਈਆ ਕਰ ਸਕਣ ਜੀ ਔਰ ਇੱਕ ਹੋਰ ਗੱਲ ਜਿਹੜੀ ਖਾਸ ਤੌਰ ਤੇ ਮੈਂ ਕਹਾਂਗੀ ਕਿ ਸਾਡੇ ਹਿੰਦੁਸਤਾਨੀ ਜਿਹੜੀ ਇੱਥੇ ਕਮਿਊਨਿਟੀ ਹੈ ਜਾਂ ਪੰਜਾਬੀ ਕਮਿਊਨਿਟੀ ਅਕਸਰ ਗੱਲ ਹੁੰਦੀ ਹੈ ਕਿ ਲੋਕ ਗਰੀਬ ਇਸ ਲਈ ਨੇ ਕਿ ਉਹ ਪੜ੍ਹਦੇ ਲਿਖਦੇ ਨਹੀਂ ਹੈ ਉਹਨਾਂ ਨੇ ਕੋਈ ਚੰਗੀ ਕੁਆਲੀਫਿਕੇਸ਼ਨ ਨਹੀਂ ਐਕਵਾਇਰ ਕੀਤੀ ਕੋਈ ਚੰਗੀ ਸਕਿੱਲ ਨਹੀਂ ਹੈ ਉਹਨਾਂ ਕੋਲ ਇਸ ਲਈ ਉਹਨਾਂ ਦਾ ਆਪਣਾ ਹੀ ਕਸੂਰ ਹੈ ਕਿ ਉਹ ਚੰਗੀਆਂ ਨੌਕਰੀਆਂ ਤੇ ਨਹੀਂ ਚੰਗਾ ਨਹੀਂ ਅਰਨ ਕਰਦੇ ਇਸ ਲਈ ਗਰੀਬ ਰਹਿ ਜਾਂਦੇ ਨੇ ਇਹ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਇਹ ਮੇਰਾ ਮੰਨਣਾ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਅਗਰ ਕਿਸੇ ਨੂੰ ਕਦੀ ਉਹਦੀ ਜ਼ਿੰਦਗੀ 'ਚ ਪੁਸ਼ਤ ਦਰ ਪੁਸ਼ਤ ਇਹ ਓਪਰਚੁਨਿਟੀ ਹੀ ਨਹੀਂ ਦਿੱਤੀ ਗਈ ਕਿ ਉਹ ਆਪਣੇ ਆਪ ਨੂੰ ਗਰੋ ਕਰ ਸਕਣ ਤਾਂ ਫਿਰ ਅਸੀਂ ਮੈਨੂੰ ਲੱਗਦਾ ਅਗਰ ਇਦਾਂ ਦੀ ਆਸ ਰੱਖਦੇ ਹਾਂ ਕਿ ਉਹ ਇੱਕਦਮ ਬੜੀ ਚੰਗੀ ਜੀ ਕੋਈ ਕੁਆਲੀਫਿਕੇਸ਼ਨ ਲੈ ਕੇ ਤੇ ਚੰਗੀ ਜੀ ਜੌਬ ਤੇ ਲੱਗ ਜਾਣ ਉਹ ਮੈਨੂੰ ਲੱਗਦਾ ਕਿ ਬੜੀ ਅਨਹੋਣੀ ਜੀ ਅਸੀਂ ਆਸ ਰੱਖਦੇ ਹਾਂ ਉਹਨਾਂ ਕੋਲੋਂ ਸੋ ਇਸ ਰਿਪੋਰਟ 'ਚ ਇਹ ਵੀ ਰეკਮੈਂਡੇਸ਼ਨ ਕੀਤੀ ਗਈ ਹੈ ਕਿ ਜਿਹੜੇ ਉਹ ਗਰੀਬ ਪਰਿਵਾਰਾਂ ਤੋਂ ਲੋਕ ਨੇ ਉਹਨਾਂ ਨੂੰ ਅਪ ਸਕਿੱਲ ਕਰਨ ਵਿੱਚ ਜਿਹੜੇ ਬਿਜ਼ਨੈਸਸ ਨੇ ਔਰ ਇੰਡਸਟਰੀ ਹੈ ਉਹਨਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ ਕਿ ਜਿਹੜੇ ਆਲਰੇਡੀ ਅਨਐਜੂਕੇਟਿਡ ਜਾਂ ਬਹੁਤ ਘੱਟ ਕੁਆਲੀਫਾਈਡ ਲੋਕ ਜਿਹੜੇ ਬਹੁਤ ਬੇਸਿਕ ਜੌਬਸ ਤੇ ਕੰਮ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੋਗਰੈਸ ਕੀਤਾ ਜਾਵੇ ਉਹਨਾਂ ਦੀ ਗਰੋਥ ਕੀਤੀ ਜਾਵੇ ਤਾਂ ਕਿ ਉਹ ਆਪਣੇ ਆਪ ਨੂੰ ਅਪ ਸਕਿੱਲ ਕਰ ਸਕਣ ਔਰ ਪ੍ਰੋਮੋਸ਼ਨ ਲੈ ਸਕਣ ਆਪਣੀ ਜੌਬਸ ਔਰ ਕੈਰੀਅਰਸ ਉਹਨਾਂ ਦੇ ਬਣ ਸਕਣ ਸੋ ਇਹ ਵੀ ਇੱਕ ਕਾਫੀ ਸਟਰੋਂਗ ਰეკਮੈਂਡੇਸ਼ਨ ਸੀ ਰਿਪੋਰਟ ਦੀ ਇੱਕ ਹੋਰ ਉਹਨਾਂ ਨੇ ਜਿਹੜਾ ਜ਼ੋਰ ਦਿੱਤਾ ਗੱਲਬਾਤ ਤੇ ਕਿ ਖਾਸ ਤੌਰ ਤੇ ਜਿਹੜੇ ਮਾਓਰੀ ਔਰ ਪੈਸੀਫਿਕ ਬੱਚੇ ਨੇ ਉਹ ਬਹੁਤ ਜ਼ਿਆਦਾ ਸਫਰ ਕਰਦੇ ਨੇ ਇਹ ਸਾਰੇ ਕੁਝ ਵਿੱਚ ਉਹ ਜ਼ਿਆਦਾ ਗਰੀਬੀ ਉਹਨਾਂ 'ਚ ਪਾਈ ਜਾਂਦੀ ਹੈ ਸੋ ਖਾਸ ਤੌਰ ਤੇ ਧਿਆਨ ਇਹਨਾਂ ਕਮਿਊਨਿਟੀਜ਼ ਤੇ ਵੀ ਦਿੱਤਾ ਜਾਵੇ ਪ੍ਰੋਬਲਮਸ ਬਾਕੀ ਕਮਿਊਨਿਟੀਜ਼ 'ਚ ਹਨ ਪਰ ਇਹਨਾਂ ਵਿੱਚ ਜ਼ਿਆਦਾ ਉੱਭਰ ਕੇ ਸਾਹਮਣੇ ਆਈਆਂ ਇਹ ਗੱਲਾਂ ਬਾਤਾਂ ਕਿ ਗਰੀਬ ਨੇ ਉਸ ਤੋਂ ਅੱਗੇ ਚੱਲ ਕੇ ਉਹਨਾਂ ਨੇ ਮੈਟਰਨਿਟੀ ਜਿਹੜੀ ਸਰਵਿਸਿਜ਼ ਨੇ ਇੱਥੇ ਜਾਂ ਜੋ ਇੱਥੇ ਰਾਈਟਸ ਨੇ ਉਹਨਾਂ ਨੂੰ ਵੀ ਕਿਹਾ ਕਿ ਉਹਨਾਂ ਤੇ ਵੀ ਇੱਕ ਵਾਰੀ ਚੰਗੀ ਤਰ੍ਹਾਂ ਨਜ਼ਰ ਪਾਈ ਜਾਏ ਕਿ ਸ਼ਾਇਦ ਜ਼ਿਆਦਾ ਲੰਬਾ ਅਰਸਾ ਅਗਰ ਮੈਟਰਨਿਟੀ ਲੀਵ ਹੋਵੇ ਪੇਡ ਹੋਵੇ ਥੋੜੀ ਜੀ ਇੱਥੇ ਇੰਪਰੂਵਮੈਂਟ ਕੀਤੀ ਵੀ ਗਈ ਹੈ ਰੀਸੈਂਟਲੀ ਪਰ ਮੈਨੂੰ ਪਰਸਨਲੀ ਲੱਗਦਾ ਉਹ ਵੀ ਸਫੀਸ਼ੀਐਂਟ ਨਹੀਂ ਹੈ ਇਨਫ ਨਹੀਂ ਹੈ ਕਿਉਂਕਿ ਅਗਰ ਬਿਲਕੁਲ ਛੋਟਾ ਜਿਹਾ ਕੁਝ ਹਫ਼ਤਿਆਂ ਦਾ 2-4 ਮਹੀਨਿਆਂ ਦਾ ਬੱਚਾ ਅਗਰ ਡੇ ਕੇਅਰ 'ਚ ਪਾ ਕੇ ਮਾਂ ਨੂੰ ਕੰਮ ਤੇ ਜਾਣਾ ਪੈਂਦਾ ਹੈ ਤਾਂ ਉਹ ਇੱਕ ਬੜੀ ਗੈਰ ਕੁਦਰਤੀ ਜੀ ਗੱਲ ਲੱਗਦੀ ਹੈ ਮੈਨੂੰ ਕਿਉਂਕਿ ਉਸ ਵਕਤ ਬੱਚੇ ਨੂੰ ਮਾਂ ਦੀ ਲੋੜ ਹੈ ਔਰ ਮੈਂ ਕਹਾਂਗੀ ਕਿ ਮਾਂ ਨੂੰ ਵੀ ਬੱਚੇ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਤੁਹਾਡਾ ਇੱਕ ਜਿਹੜਾ ਬੌਂਡ ਬਣਨਾ ਹੈ ਉਹ ਲਾਈਫ ਲੌਂਗ ਇੱਕ ਤੁਹਾਡਾ ਰਿਲੇਸ਼ਨਸ਼ਿਪ ਉੱਥੋਂ ਸ਼ੁਰੂ ਹੁੰਦਾ ਹੈ ਸੋ ਮੈਟਰਨਿਟੀ ਜਿਹੜੇ ਰਾਈਟਸ ਨੇ ਉਹਦੇ ਵੱਲ ਵੀ ਨਜ਼ਰ ਬਹੁਤ ਚੰਗੀ ਤਰ੍ਹਾਂ ਉਹਨੂੰ ਰਿਵਿਊ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਫੂਡ ਇਨ ਸਕੂਲਸ ਪ੍ਰੋਗਰਾਮ ਇਹ ਜਿਹੜਾ ਇੱਕ ਫਿਗਰ ਹੈ ਅਸੀਂ ਮੈਨੂੰ ਲੱਗਦਾ ਬਹੁਤ ਵਾਰ ਦੇ ਚੁੱਕੇ ਹਾਂ ਸੋਚ ਦਾ ਸਫ਼ਰ ਵਿੱਚ ਕਿ ਨਿਊਜ਼ੀਲੈਂਡ ਵਿੱਚ ਅੱਜ ਦੀ ਡੇਟ ਵਿੱਚ 2.5 ਲੱਖ ਤੋਂ ਜ਼ਿਆਦਾ ਬੱਚਾ ਰੋਜ਼ ਸਵੇਰੇ ਬਿਨਾਂ ਸਵੇਰ ਦਾ ਖਾਣਾ ਖਾਦਿਆਂ ਬਿਨਾਂ ਬ੍ਰੇਕਫਾਸਟ ਕੀਤਿਆਂ ਸਕੂਲ ਜਾਂਦਾ ਹੈ ਹਾਂਜੀ ਉਹਦਾ ਸੋਲੂਸ਼ਨ ਕੀ ਦਿੰਦੇ ਨੇ ਇਹ ਬੇਸਿਕਲੀ ਜਿਹੜੀ ਮੂਵਮੈਂਟ ਸੀਗੀ ਹੁਣੇ ਹਾਰਾ ਵੀਰਾ ਉਹਨਾਂ ਨੇ ਚਲਾਈ ਸੀ ਮਾਨਾ ਪਾਰਟੀ ਤੋਂ ਮਾਨਾ ਮੂਵਮੈਂਟ ਉਹ ਪਾਰਟੀ ਨਹੀਂ ਮੂਵਮੈਂਟ ਕਹਿੰਦੇ ਨੇ ਔਰ ਉਹਦਾ ਸੋਲੂਸ਼ਨ ਇਹ ਸੀਗਾ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਨਾਲ ਕੰਟਰੈਕਟ ਲਿੱਤਾ ਗਿਆ ਜਿਹੜੀ ਮੇਰੇ ਖਿਆਲ ਫਰੰਟੀਰਾ ਜਾਂ ਹੋਰ ਹਾਂਜੀ ਫਰੰਟੀਰਾ ਤੇ ਸੈਨੀਟੇਰੀਅਮ ਹਾਂਜੀ ਸੈਨੀਟੇਰੀਅਮ ਬ੍ਰੇਕਫਾਸਟ ਸੀਰੀਅਲਸ ਪ੍ਰੋਵਾਈਡ ਕਰਦੇ ਤੇ ਔਰ ਫਰੰਟੀਰਾ ਫ੍ਰੀ ਮਿਲਕ ਹਾਂਜੀ ਇਹ ਹੱਲ ਨਹੀਂ ਹੈ ਜੀ ਹਾਂਜੀ ਕਿਉਂਕਿ ਉਹ ਦੋਨੋਂ ਪ੍ਰਾਈਵੇਟ ਕੰਪਨੀਆਂ ਨੇ ਔਰ ਉਹਨਾਂ ਦਾ ਮੋਟਿਵ ਫਿਰ ਉਹ ਹੀ ਕਿ ਉਹਨਾਂ ਨੇ ਆਪਣਾ ਪ੍ਰੋਫਿਟ ਜਿਹੜਾ ਨਾ ਉਹ ਬਿਲਕੁਲ ਕੰਪਰੋਮਾਈਜ਼ ਨਹੀਂ ਕਰਨਾ ਇਸ ਤਰ੍ਹਾਂ ਦਾ ਕੰਮ ਕਰਨ ਲੱਗਿਆ ਉਹ ਥੋੜੀ ਦੇਰ ਲਈ ਸ਼ਾਇਦ ਇੱਕ ਪੀਆਰ ਵਾਸਤੇ ਇੱਕ ਪੋਜ਼ਿਟਿਵ ਇਮੇਜ ਵਾਸਤੇ ਕਰ ਲੈਣਗੇ ਪਰ ਆਪਣੇ ਪ੍ਰੋਫਿਟ ਨੂੰ ਨਹੀਂ ਖੁਸ਼ ਹੈ ਕਿ ਫਰੰਟੀਰਾ ਫਿਲਹਾਲ ਪ੍ਰਾਈਵੇਟ ਨਹੀਂ ਹੈ ਕੋਆਪਰੇਟਿਵ ਹੈ ਪਰ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਆ ਉਹ ਬਿਲਕੁਲ ਪ੍ਰਾਈਵੇਟ ਹੋ ਚੁੱਕਿਆ ਆ ਔਰ ਕਈ ਵਾਰੀ ਕੋਸ਼ਿਸ਼ ਵੀ ਹੋ ਚੁੱਕੀ ਹੈ ਇਹ ਕਿ ਫਰੰਟੀਰਾ ਦੇ ਜਿਹੜੇ ਸ਼ੇਅਰ ਨੇ ਉਹ ਸ਼ੇਅਰ ਮਾਰਕੀਟ ਦੇ ਵਿੱਚ ਭੇਜੇ ਜਾਣ ਪਰ ਫਿਲਹਾਲ ਹਾਲ ਤੱਕ ਕੋਆਪਰੇਟਿਵ ਆ ਵੇਖੋ ਕਦੋਂ ਤੱਕ ਕੋਆਪਰੇਟਿਵ ਰਹਿੰਦੀ ਹੈ
ठीक है और आखिरी जड़ा पॉइंट मैनू लगदा सी जरूरी कि इस रिपोर्ट ने ये भी रिकमेंडेशन की है कि जद कदी भी इस टॉपिक ते बच्चियां दी गरीबी ते रिव्यू हुंदा है जेडे पैनल्स बैठते ने उन्हां विच इस तरह दे शख्स इस तरह दियां पर्सनैलिटीज अथॉरिटीज बिठाईयां जाण जेड़ियां के बच्चियां दे विच महारत रखदियां होण बच्चियां दी साइकोलॉजी विच बच्चियां दी डेवलपमेंट विच सो इहदे तो जाहिर है कि फिलहाल इस तरह नहीं हो रहा जी 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 तो और नाल ही नाल उन्होंने ये भी रेकमेंड किया है कि जेड़ा यूथ क्राइम और जस्टिस दा जेड़ा सिस्टम है ओदे ते भी स्टडीज कीतियां जाण और सिर्फ क्राइम दी सजा दे के जुडिशियल सिस्टम दे थ्रू ओनु बस ना कर दिता जावे ओ क्राइम दे अंडरलाइंग इश्यूज की ने ओना दी चंगी तरह खोज कीती जावे क्योंकि जद सानू अंडरलाइंग इशू पता लगेगा ताई ਅਸੀਂ ਫਿਰ ਕੋਈ ਸੋਲੂਸ਼ਨ ਲੱਭਾਂਗੇ ਕ੍ਰਾਈਮ ਨੂੰ ਘਟਾਉਣ ਦਾ ਅਨੂ ਜੀ ਕ੍ਰਿਮੀਨਲ ਤੇ ਸਾਨੂੰ ਹੋਰ ਜ਼ਿਆਦਾ ਚਾਹੀਦੇ ਨੇ ਕਿਉਂਕਿ ਆਕਲੈਂਡ ਦੇ ਵਿੱਚ ਆਲਰੇਡੀ ਜਿਹੜੀ ਜੇਲ੍ਹ ਆ ਪ੍ਰਾਈਵੇਟਾਈਜ਼ ਇੱਥੇ ਵੀ ਇਹ ਚੱਲ ਸ਼ੁਰੂ ਹੋ ਚੁੱਕਿਆ ਹੈ ਇੱਥੇ ਜਿਹੜੀਆਂ ਗਵਰਨਮੈਂਟ ਦੀਆਂ ਓਨ ਜਿਹੜੀਆਂ ਪ੍ਰਿਜ਼ਨ ਨੇ ਉਹਨੂੰ ਹੌਲੀ-ਹੌਲੀ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਹੈ ਅਮਰੀਕਾ ਦੀ ਅਨੂ ਜੀ ਇੱਕ ਬਹੁਤ ਵੱਡੀ ਕੰਪਨੀ ਹੈਗੀ ਆ ਕਰੈਕਸ਼ਨ ਕਾਰਪੋਰੇਸ਼ਨ ਆਫ ਅਮਰੀਕਾ ਉਹ ਦੁਨੀਆ ਦੇ ਵਿੱਚ ਉਹੀ ਕੰਮ ਕਰਦੇ ਨੇ ਕਿ ਦੁਨੀਆ ਦੇ ਵਿੱਚ ਜਿਹੜੀਆਂ ਗਵਰਨਮੈਂਟ ਦੀਆਂ ਜੇਲ੍ਹਾਂ ਨੇ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਪ੍ਰਾਈਵੇਟ ਕਰਦੇ ਨੇ ਔਰ ਉਹ ਕੰਪਨੀ ਜਿਹੜੇ ਸ਼ੇਅਰ ਨੇ ਉਹ ਡਾਓ ਜੋਨਸ ਦੇ ਵਿੱਚ ਉਹਨਾਂ ਦੀ ਫਲੋਟ ਹੁਣ ਸ਼ੇਅਰ ਜਦੋਂ ਮਾਰਕੀਟ ਦੇ ਵਿੱਚ ਚੱਲ ਗਿਆ ਤਾਂ ਉਹਨਾਂ ਦੇ ਪ੍ਰੋਫਿਟ ਬਣਾਉਣਾ ਨਾ ਉਹ ਪ੍ਰੋਫਿਟ ਕਿੱਥੋਂ ਬਣੂਗਾ ਜਿਵੇਂ ਜਿੰਨੇ ਜ਼ਿਆਦਾ ਜੇਲਾਂ ਬਣਾਉਣਗੇ ਉਹਨਾਂ ਜ਼ਿਆਦਾ ਪ੍ਰੋਫਿਟ ਹੈ ਸੋ ਜਿੰਨਾ ਜ਼ਿਆਦਾ ਕ੍ਰਾਈਮ ਹੋਏਗਾ ਉਨੀ ਜ਼ਿਆਦਾ ਜੇਲਾਂ ਦੀ ਜ਼ਰੂਰਤ ਪਏਗੀ ਅਨੂ ਜੀ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਹੇਟੀ ਦੇ ਵਿੱਚ ਜਦੋਂ ਇਹਨਾਂ ਨੇ ਉੱਥੇ ਦਾ ਪ੍ਰੈਜ਼ੀਡੈਂਟ ਮੈਨੂੰ ਹੁਣ ਨਾਂ ਨਹੀਂ ਉਹਦਾ ਯਾਦ ਆ ਰਿਹਾ ਉਹ ਚੱਕ ਕੇ ਤੇ ਉਹਨੂੰ UN ਦੇ ਵਿੱਚ ਉਹਨਾਂ ਦਾ ਕੇਸ ਚੱਲਦਾ ਪਿਆ ਹੈਗਾ ਤੇ ਸਭ ਤੋਂ ਪਹਿਲਾਂ ਉੱਥੇ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਕਿ ਜਿਹੜੀਆਂ ਉੱਥੇ ਦੀਆਂ ਜੇਲ੍ਹਾਂ ਸੀਗੀਆਂ ਉਹਨੂੰ ਪ੍ਰਾਈਵੇਟ ਕਰਕੇ ਕਰੈਕਸ਼ਨ ਕਾਰਪੋਰੇਸ਼ਨ ਆਫ ਅਮਰੀਕਾ ਨੇ ਆਪਣੇ ਹੱਥ ਦੇ ਵਿੱਚ ਲਈਆਂ ਜੀ ਪੀੜਾਂ ਵਿਕਣੇ ਆਈਆਂ ਪੀੜਾਂ ਵਿਕਣੇ ਆਈਆਂ ਪੀੜਾਂ ਵਿਕਣੇ ਸਜਣ ਜੀ ਪੀੜਾਂ ਵਿਕਣੇ ਆਈਆਂ ਕਿਸੇ ਨਾ ਹਾਸ ਕਰਾਈ ਪਾਣੀ ਕਿਸੇ ਨਾ ਹਾਸ ਕਰਾਈ ਪਾਣੀ ਕਿਸੇ ਨਾ ਚੋਲੀ ਪਾਈਆਂ ਪੀੜਾਂ ਵਿਕਣੇ ਆਈਆਂ ਸਜਣ ਜੀ ਵਿਕਣੇ ਆਈਆਂ ਉਮਰੋਂ ਲੰਮੇ ਆਸ ਦੇ ਪੈਂਡੇ ਅਸੀਂ ਵਿਚੋਂ ਦੀ ਹੋਏ ਪੱਬਾਂ ਹੇਠਾਂ ਚੀਕਣ ਸਾਵਾਂ ਸੁਪਨੇ ਦੀ ਅਦਮੋਏ ਉਮਰੋਂ ਲੰਮੇ ਆਸ ਦੇ ਪੈਂਡੇ ਅਸੀਂ ਵਿਚੋਂ ਦੀ ਹੋਏ ਪੱਬਾਂ ਹੇਠਾਂ ਚੀਕਣ ਸਾਵਾਂ ਸੁਪਨੇ ਦੀ ਅਦਮੋਏ ਜੁੱਸੇ ਆਤ ਪਰੇ ਆਤ ਪਰੇ ਨਾ ਬਜੀਆਂ ਕਿਸੇ ਨਾ ਮਲ ਮਾਲਾਇਆ ਪੀਣਾ ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਸੋਚਦਾ ਸਫਰ ਔਰ ਗੀਤ ਸੁਣ ਰਹੇ ਸੀ ਪੀੜਾਂ ਵਿਕਣੇ ਆਈਆਂ ਅਸਰਾਰ ਦਾ ਗਾਇਆ ਔਰ ਲਿਖਿਆ ਹੈ ਇਹ ਅਫਜ਼ਲ ਸਾਹਿਰ ਦਾ ਸੋ ਆਨ ਦੇ ਪ੍ਰੋਗਰਾਮਾਂ 'ਚ ਪੂਰਾ ਗੀਤ ਵੀ ਜ਼ਰੂਰ ਤੁਹਾਡੀ ਨਜ਼ਰ ਕਰਾਂਗੇ ਅੱਜ ਕਾਫੀ ਜ਼ਿਆਦਾ ਇਨਫੋਰਮੇਸ਼ਨ ਹੈ ਸਾਡੇ ਕੋਲ ਤੋ ਇਸ ਤਰ੍ਹਾਂ ਅਸੀਂ ਗੱਲਬਾਤ ਜਾਰੀ ਰੱਖਦੇ ਹਾਂ ਹਾਂਜੀ ਅਨੂ ਜੀ ਜਿਹੜਾ ਇਰਾਕ ਦੇ ਵਿੱਚ ਕਨਫਲਿਕਟ ਚੱਲ ਰਿਹਾ ਹੈ ਉਹਦੇ ਅਪਡੇਟ ਤੇ ਅਨੂ ਜੀ ਕੀ ਹੈ ਕਿ ਬਸ ਇਨੋਸੈਂਟ ਲੋਕ ਮਰ ਰਹੇ ਨੇ ਹਾਂਜੀ ਔਰ ਇਹਨਾਂ ਦੇ ਆਪਣੇ ਤੇਲ ਤੇ ਗੈਸ ਦੇ ਸਾਰੇ ਝਗੜੇ ਨੇ ਜੀ ਦੁਨੀਆ ਨੂੰ ਲੁੱਟ ਖਸੁੱਟ ਕਰਨ ਦਾ ਉਹਦੇ ਵਿੱਚ ਜਿਹੜਾ ਆਮ ਜਿਹੜਾ ਇਨਸਾਨ ਉਹ ਬਹੁਤ ਪੀੜਤ ਹੈ ਸੋ ਅਨੂ ਜੀ ਆਪਾਂ ਇਹ ਸਿਰਫ ਕਹਿ ਦੇਣਾ ਕਿ ਆਈਸਿਸ ਆ ਜਿਹੜਾ ਇਹਦੇ ਬਹੁਤ ਜ਼ਿਆਦਾ ਪ੍ਰੂਫ ਮਿਲ ਰਹੇ ਨੇ ਕਿ ਇਹ ਸਾਊਦੀ ਅਰੇਬੀਆ ਦੇ ਜੋਰਡਨ ਦੇ ਵਿੱਚ ਇਹ ਇੱਕ ਟ੍ਰੇਨਡ ਟੈਰਰਿਸਟ ਗਰੁੱਪ ਵਾ ਔਰ ਇਹਨਾਂ ਨੂੰ ਪੂਰੀਆਂ ਇੰਪੀਰੀਅਲ ਜਿਹੜਾ ਜਿਹਨੂੰ ਆਪਾਂ ਮਿਲਟਰੀ ਇੰਡਸਟਰੀਅਲ ਕੰਪਲੈਕਸ ਕਹਿੰਦੇ ਆ ਜਿਹਦੇ ਵਿੱਚ ਖਾਸ ਕਰਕੇ ਅਮਰੀਕਾ ਤੇ ਬ੍ਰਿਟਨ ਸ਼ਾਮਿਲ ਨੇ ਇਹ ਇਹਨਾਂ ਦਾ ਇੱਕ ਟ੍ਰੇਨਡ ਇੱਕ ਗਰੁੱਪ ਵਾ ਔਰ
ਜਦੋਂ ਅਸੀਂ ਕਹਿੰਦੇ ਆ ਕਿ ਇਹ ਇਹਨਾਂ ਦੇ ਟ੍ਰੈਂਡ ਨੇ, ਇਹ ਕਹਿਣਾ ਕਾਫੀ ਨਹੀਂਗਾ। ਅਸੀਂ ਜਿਹੜਾ ਪਿਛਲੇ ਤੋਂ ਪਿਛਲੇ ਹਫਤੇ ਜਿਹੜਾ ਪ੍ਰੋਗਰਾਮ ਕੀਤਾ ਸੀਗਾ ਉਹਦੇ ਵਿੱਚ ਥੋੜੀ ਜਿਹੀ ਗੱਲ ਕੀਤੀ ਸੀਗੀ ਜਿਹੜੀ ਮੁਜਾਹਿਦੀਨ ਦੀ, ਉਹ 1980 ਦੇ ਦਹਾਕੇ ਦੇ ਵਿੱਚ US ਨੇ ਇਹ CIA ਬ੍ਰਾਂਚ ਨੇ ਉਹ ਕਿਵੇਂ ਖੁਦ ਇਹਨਾਂ ਨੇ ਕਾਇਮ ਕੀਤੇ ਰਸ਼ੀਆ ਨੂੰ ਲਾਉਣਾ, ਉਹਦੇ ਵਿੱਚੋਂ ਹੀ ਫਿਰ ਬਾਅਦ ਦੇ ਵਿੱਚ ਅਲ ਕਾਇਦਾ ਜਾਂ ਹੋਰ ਜਿਹੜੇ ਗਰੁੱਪ ਨਿਕਲੇ। ਔਰ ਦੋਸਤੋ ਬਹੁਤ ਘੱਟ ਜਿਹੜਾ ਆਪਣਾ ਪ੍ਰੋਗਰਾਮ ਅਨੂ ਜੀ ਜਿਹੜਾ ਕਰਨ ਦਾ ਮਤਲਬ ਇਹ ਹੈ ਕਿ ਜਦੋਂ ਵੀ ਆਪਣੀ ਕਿਸੇ ਵੀ ਇਨਸਾਨ ਨਾਲ ਜਦੋਂ ਕੋਈ ਆਪਣੀ ਡਿਸਕਸ਼ਨ ਹੁੰਦੀ ਹੈ 5 ਜਾਂ 10 ਮਿੰਟ ਦੀ ਜਾਂ 20 ਮਿੰਟ ਦੀ, ਉਸ ਤੋਂ ਬਾਅਦ ਉਹ ਇਹੀ ਗੱਲ ਪੁੱਛਦਾ ਹੈ ਕਿ ਭਾਜੀ ਸੋਲੂਸ਼ਨ ਕੀ ਹੈ ਇਹਦਾ। ਹਾਂਜੀ ਸੋ ਪ੍ਰੋਬਲਮ ਮਤਲਬ ਸਭ ਤੋਂ ਵੱਡੀ ਗੱਲ ਤੇ ਹੈ ਕਿ ਜਦੋਂ ਤੱਕ ਸਾਨੂੰ ਪ੍ਰੋਬਲਮ ਨਹੀਂ ਪਤਾ ਉਦੋਂ ਦਾ ਸੋਲੂਸ਼ਨ ਨਹੀਂ ਮਿਲ ਸਕਦਾ ਹੈਗਾ। ਤੇ ਅਨੂ ਜੀ ਕਈ ਵਾਰੀ ਸਰੋਤਿਆਂ ਦੇ ਦਿਮਾਗ 'ਚ ਇਹ ਵੀ ਗੱਲ ਆਉਂਦੀ ਹੋਊਗੀ ਕਿ ਜਦੋਂ ਅਸੀਂ ਵੈਨਜ਼ੂਏਲਾ ਦੀ ਗੱਲ ਕਰਦੇ ਹਾਂ ਜਾਂ ਕਿਊਬਾ ਦੀ ਗੱਲ ਕਰਦੇ ਹਾਂ ਕਿ ਉਹ ਇਹ ਵੀ ਸੋਚਦੇ ਹੋਣਗੇ ਵੀ ਤੁਸੀਂ ਉੱਥੇ ਜਾ ਕੇ ਕਿਉਂ ਨਹੀਂ ਰਹਿੰਦੇ ਜਾਂ ਤੁਸੀਂ ਹਿੰਦੁਸਤਾਨ ਜਾ ਕੇ ਸੰਘਰਸ਼ ਕਿਉਂ ਨਹੀਂ ਕਰਦੇ। ਸੋ ਉਹਦੇ ਵਾਸਤੇ ਅਨੂ ਜੇ ਕਦੀ ਮੌਕਾ ਮਿਲਿਆ ਤੇ ਗੁਰਨਾਮ ਸਿੰਘ ਮੁਕਤਸਰ ਹੁਣੇ ਜਦੋਂ ਇੱਥੇ ਆਏ ਸੀਗੇ ਉਹਨਾਂ ਦਾ ਉਹਦੇ ਵਿੱਚ ਇੱਕ ਲੈਕਚਰ ਦੇ ਵਿੱਚ ਗੱਲ ਹੈਗੀ, ਉਹਨਾਂ ਨੇ ਭਾਗਾਂ ਦੀ ਗੱਲ ਕੀਤੀ ਹੈ ਕਿ ਤੁਹਾਡੇ ਭਾਗ ਕੀ ਹੈ। ਹਾਂਜੀ ਹਾਂ, ਉਹ ਕਿਸਮਤ ਤੇ ਭਾਗ ਦਾ ਫਰਕ ਦੱਸਦੇ ਨੇ। ਉਹ ਬਹੁਤ ਹੀ ਅਮੇਜ਼ਿੰਗ ਹੈ ਗੱਲ ਕਿ ਤੁਸੀਂ ਕਿਸ ਟੱਬਰ ਦੇ ਵਿੱਚ ਤੁਸੀਂ ਕਿੱਦਾਂ ਪੈਦਾ ਹੁੰਦੇ ਹੋ, ਤੁਸੀਂ ਕਿਹੜੇ ਜਾਤ ਦੇ ਵਿੱਚ ਪੈਦਾ ਹੁੰਦੇ ਹੋ, ਤੁਸੀਂ ਕਿੱਥੇ ਪੈਦਾ ਹੁੰਦੇ ਹੋ, ਇਨਸਾਨ ਦਾ ਸੋਲ ਤੇ ਇੱਕੋ ਹੀ ਹੈ ਨਾ। ਹਾਂਜੀ ਹਾਂ, ਮਤਲਬ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਇਹ ਐਗਜ਼ਾਮਪਲ ਉਹਨਾਂ ਨੇ ਲਈ ਸੀ ਕਿ ਤੁਸੀਂ ਇੱਕ ਪਰਿਵਾਰ 'ਚ ਪੈਦਾ ਹੋ ਗਏ ਹੋ, ਉਹਦੇ ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ। ਸੋ ਉਹਨੂੰ ਉਹ ਕਿਸਮਤ ਕਹਿੰਦੇ ਨੇ ਜਿਹਦੇ ਤੇ ਕੋਈ ਤੁਹਾਡਾ ਕੰਟਰੋਲ, ਕੋਈ ਇਖਤਿਆਰ ਨਹੀਂ ਹੈ। ਪਰ ਤੁਸੀਂ ਅੱਗੇ ਕਰਦੇ ਕੀ ਹੋ ਜ਼ਿੰਦਗੀ 'ਚ, ਤੁਹਾਡਾ ਐਕਸ਼ਨ ਕੀ ਹੈ, ਉਹਨੂੰ ਉਹ ਭਾਗ ਕਹਿੰਦੇ ਨੇ ਕਿ ਤੁਸੀਂ ਕੋਈ ਐਕਸ਼ਨ ਲਿਆ, ਕੋਈ ਕਰਮ ਕੀਤਾ ਔਰ ਕਿਸੇ ਚੀਜ਼ ਦਾ ਤੁਸੀਂ ਫਿਰ ਹਿੱਸਾ ਜਾਂ ਭਾਗ ਬਣ ਗਏ। ਹਾਂਜੀ, ਉਹਨਾਂ ਦਾ ਅਸੀਂ ਜ਼ਰੂਰ ਚਲਾਵਾਂਗੇ ਕਿਉਂਕਿ ਉਹ ਮੇਰੇ ਨਾਲ ਬਹੁਤ ਜ਼ਿਆਦਾ ਬਿਹਤਰ ਤਰੀਕੇ ਨਾਲ ਐਕਸਪਲੇਨ ਕਰਦੇ ਨੇ। ਸੋ ਆਉਂਦੇ ਸਮੇਂ 'ਚ ਉਹ ਵੀ ਜ਼ਰੂਰ ਸਰੋਤਿਆਂ ਦੇ ਰੂਬਰੂ ਕਰਾਂਗੇ ਅਸੀਂ। ਹਾਂਜੀ, ਸੋ ਅਨੂ ਜੀ ਇੱਕ ਜਿਹੜੇ ਲੋਕੀ ਸੁਹਿਰਦ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਵਾਰੀ ਇਹ ਸਾਰੀ ਗੇਮ ਦਾ ਪਤਾ ਲੱਗ ਜਾਂਦਾ ਹੈ, ਇੱਕ ਅਨੂ ਜੀ ਆਪਾਂ ਇੱਕ ਡਾਕੂਮੈਂਟਰੀ ਹੈਗੀ ਆ ਜੌਨ ਪਿਲਜਰ ਦੀ, ਉਹ ਮੈਂ ਸਾਰਿਆਂ ਨੂੰ ਬੇਨਤੀ ਮੈਂ ਪਹਿਲਾਂ ਵੀ ਕੀਤੀ ਸੀਗੀ, ਉਹਨੂੰ ਜ਼ਰੂਰ ਦੇਖਿਓ। ਉਹਦਾ ਨਾਂ ਹੈਗਾ ਆ ਬ੍ਰੇਕਿੰਗ ਦਾ ਸਾਇਲੈਂਸ, ਟਰੂਥ ਐਂਡ ਲਾਈਜ਼ ਇਨ ਦਾ ਵਾਰ ਔਨ ਟੈਰਰ। ਜੀ, ਸੋ ਉਹਦੇ ਵਿੱਚ ਇੱਕ ਬਹੁਤ ਜ਼ਬਰਦਸਤ ਇੱਕ ਕੇਸ ਸਟੱਡੀ ਉਹਨਾਂ ਨੇ ਕੀਤੀ ਹੋਈ ਹੈ। ਉਹ ਔਰਤ ਦਾ ਨਾਂ ਹੈਗਾ ਆ ਰੀਤਾ ਲੇਜ਼ਰ ਕਰਕੇ। ਉਹ ਆਪਣੀ ਆਪ ਬੀਤੀ ਦੱਸਦੀ ਹੈ ਕਿ ਜਦੋਂ 11 ਸਤੰਬਰ ਆ ਜਦੋਂ ਬਿਲਡਿੰਗ ਦਾ ਜਿਹੜਾ ਕਾਂਡ ਹੋਇਆ ਆ ਤੇ ਜਿਹੜੀ ਦੂਸਰੀ ਬਿਲਡਿੰਗ ਜਿਹੜੀ ਹਿੱਟ ਕੀਤੀ ਆ ਉਹਦੇ ਵਿੱਚ ਉਹਨਾਂ ਦਾ ਭਰਾ ਸੀਗਾ ਤੇ ਉਹ ਉਸੇ ਵੇਲੇ ਜਦੋਂ ਉਹ ਬਿਲਡਿੰਗਾਂ ਹਿੱਟ ਹੋਈਆਂ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਜਾਰਜ ਬੁਸ਼ ਨੇ ਟੀਵੀ ਦੇ ਉੱਪਰ ਤੁਹਾਡੇ ਭਰਾ ਦਾ ਨਾਂ ਲਿਆ, ਮਤਲਬ ਉਹ ਟ੍ਰੈਜੇਡੀ ਪੇਸ਼ ਕਰਨ ਵਾਸਤੇ। ਔਰ ਔਰਤ ਉਹ ਕਹਿ ਰਹੀ ਹੈ ਕਿ ਮੈਨੂੰ ਉਸ ਵੇਲੇ ਪਤਾ ਲੱਗ ਗਿਆ ਸੀਗਾ ਵੀ ਹੁਣ ਮੇਰੇ ਭਰਾ ਦਾ ਬਹਾਨਾ ਲਾ ਕੇ ਇਹ ਹੁਣ ਦੂਜੇ ਮੁਲਕਾਂ ਦੇ ਉੱਪਰ ਅਟੈਕ ਕਰਨਗੇ ਔਰ ਦੂਜਿਆਂ ਨੂੰ ਔਰ ਦੋਸਤੋ ਐਗਜ਼ੈਕਟਲੀ ਉਵੇਂ ਹੀ ਹੋਇਆ। ਪਰ ਉਸ ਔਰਤ ਦੀ ਉਹਦੀ ਸਮਝ ਦੀ ਸਾਨੂੰ ਦਾਤ ਦੇਣੀ ਚਾਹੀਦੀ ਹੈ ਕਿ ਜਿਹੜਾ ਪਹਿਲਾ ਨਾਂ ਦੇਖੋ ਅਨੂ ਜੀ, ਫਿਰ ਇਹਨਾਂ ਤੇ ਮੈਨੂੰ ਇਹ ਜਿਹੜੀ ਐਲੀਟ ਆ ਇਹਨਾਂ ਤੇ ਇੰਨਾ ਗੁੱਸਾ ਆਉਂਦਾ ਹੈ, ਉਹਦਾ ਨਾਂ ਜਿਹੜਾ ਪਹਿਲਾਂ ਜਦੋਂ ਅਟੈਕ ਕਰਦੇ ਆ ਉਹਨੂੰ ਉਸਾਮਾ ਬਿਨ ਲਾਦਨ ਲੱਭਣ ਵਾਸਤੇ ਉਹਦਾ ਨਾਂ ਰੱਖਦੇ ਆ ਇੰਡਿਊਰਿੰਗ ਫਰੀडम। ਠੀਕ, ਇਹ ਕਿਹਦੀ ਫਰੀडम ਆ ਤੇ ਕਿੱਥੇ ਇੰਡੋਰ ਕਰ ਰਹੇ ਨੇ ਇਹ। ਔਰ ਇਹ ਜਿਹੜੀ ਰੀਤਾ ਲਾਈਜ਼ਰ ਹੈ ਉਹ ਅਫਗਾਨਿਸਤਾਨ ਦੇ ਵਿੱਚ ਜਾਂਦੀ ਹੈ, ਜਿਹੜੇ ਉਸਾਮਾ ਬਿਨ ਲਾਦਨ ਜਿਹੜੇ ਡਰੋਨ ਜਿਹੜੇ ਅਟੈਕ ਹੋਏ ਨੇ ਜਿਹਦੇ ਵਿੱਚ 3000 ਇਨੋਸੈਂਟ ਲੋਕੀ ਮਰੇ ਨੇ, ਪੂਰੇ ਦੇ ਪੂਰੀਆਂ ਫੈਮਲੀਆਂ ਤਬਾਹ ਹੋ ਗਈਆਂ ਨੇ ਜਿਨ੍ਹਾਂ ਨਾਲ ਉਸਾਮਾ ਬਿਨ ਲਾਦਨ ਦਾ ਕੋਈ ਕਨੈਕਸ਼ਨ ਵੀ ਨਹੀਂ ਹੈਗਾ ਆ। ਔਰ ਉਹਨਾਂ ਔਰਤਾਂ ਨੂੰ ਜਾ ਕੇ ਮਿਲਦੀ ਹੈ ਵੀ ਜਿਹਦੀ ਤੁਸੀਂ ਮਾਰੋ ਉਹਦੀ ਮਾਰ ਮੇਰੀ ਜਿਹੜੀ ਸਾਡਾ ਦੋਨਾਂ ਦਾ ਦੁਸ਼ਮਣ ਇੱਕ ਹੈਗਾ ਆ। ਔਰ ਇੱਥੇ ਥੋੜਾ ਜਿਹਾ ਵੀ ਐਡ ਕਰੀਏ ਕਿ ਜਦ 9/11 ਦਾ ਉਹਨੂੰ ਮੈਨੂੰ ਨਹੀਂ ਪਤਾ ਲੱਗਦਾ ਕਿ ਮੈਂ ਨਾਂ ਦੇਵਾਂ, ਹਾਦਸਾ ਕਵਾਂ ਜਾਂ ਕਾਂਡ ਕਵਾਂ ਜਾਂ ਉਹ ਜੋ ਸਾਰਾ ਕੁਛ ਇਹਨਾਂ ਨੇ ਕੀਤਾ 9/11 ਦਾ, ਤਾਂ ਉਸ ਤੋਂ ਬਾਅਦ ਇੱਕ ਉਹ ਕੰਪਲੀਟ ਸੀਗਾ ਕਿ ਕੋਈ ਵੀ ਫਲਾਈ ਨਹੀਂ ਕਰ ਸਕਦਾ ਕਿਤੇ ਵੀ ਅਮਰੀਕਾ ਤੋਂ ਬਾਹਰ। ਪਰ ਮੇਰਾ ਖਿਆਲ ਉਸੇ ਟਾਈਮ ਦੀ ਗੱਲ ਹੈ ਕਿ ਉਹ ਜਿਹੜੀ ਫਲਾਈਟ ਇੱਕੋ ਇੱਕ ਸ਼ਾਇਦ ਫਲਾਈਟ ਅਮਰੀਕਾ ਤੋਂ ਬਾਹਰ ਗਈ ਹੈ, ਉਹਦੇ ਵਿੱਚ ਬਿਨ ਲਾਦਨ ਦਾ ਪੂਰਾ ਖਾਨਦਾਨ
ਸੀ ਸੋ ਇਹਦੇ ਤੋਂ ਵੀ ਸਾਨੂੰ ਬਿਲਕੁਲ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਉਹ 9/11 ਦਾ ਜਿਹੜਾ ਸੀਗਾ ਉਹ ਕਿੰਨੇ ਕਰਵਾਇਆ ਤੇ ਕਿਉਂ ਕਰਵਾਇਆ। ਬਿਲਕੁਲ ਜੀ ਪਹਿਲਾਂ ਵੀ ਆਪਾਂ ਵਰਲਡ ਵਾਰ 1 ਤੇ ਵਰਲਡ ਵਾਰ 2 ਦੀ ਵੀ ਹਿਸਟਰੀ ਗੱਲ ਕਰ ਚੁੱਕੇ ਹਾਂ, ਕਿਵੇਂ ਬਹਾਨੇ ਲਾ ਕੇ ਉਹ ਜਿਹੜੀਆਂ ਵਾਰ ਸੀ ਸ਼ੁਰੂ ਕੀਤੀਆਂ ਗਈਆਂ। ਸੋ ਔਰ ਅਨੂ ਜੀ ਜਿਹੜੀ ਖਾਸ ਜਿਹੜੀ ਗੱਲ ਇਹ ਹੈ ਕਿ ਜਿਹੜੀ ਉਹ ਔਰਤ ਜਿਹਦਾ ਸਾਰੇ ਦਾ ਸਾਰਾ ਪਰਿਵਾਰ ਉਹਦੇ ਗੁਆਂਢੀਆਂ ਦਾ ਪਰਿਵਾਰ ਡਰੋਨਸ ਅਟੈਕ ਦੇ ਨਾਲ ਉਹਨਾਂ ਨੇ ਮਾਰਤਾ, ਇਹ ਉਹਦੇ ਨਾਲ ਜਾ ਕੇ ਮਿਲਦੀ ਹੈ ਤੇ ਸਾਰੇ ਦਾ ਸਾਰਾ ਉਹਦੇ ਕੋਲੋਂ ਲਿਖਵਾਉਂਦੀ ਹੈ ਵੀ ਸਾਡੇ ਪਰਿਵਾਰ ਨੂੰ ਕਿਵੇਂ ਮਾਰਿਆ ਗਿਆ। ਔਰ ਮੇਰਾ ਖਿਆਲ ਹੈ ਤੁਸੀਂ ਇਨਸਾਨ ਨਹੀਂ ਹੋਵੋਗੇ ਜੇ ਉਹ ਸਾਰੀ ਐਪੀਸੋਡ ਦੇਖ ਕੇ ਤੁਹਾਡੇ ਅੱਖਾਂ 'ਚ ਅਥਰੂ ਨਾ ਆਉਣ। ਔਰ ਉਹਨੂੰ ਫਿਰ ਅਮਰੀਕਨ ਐਮਬੈਸੀ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਅਮਰੀਕਨ ਐਮਬੈਸੀ ਦੇ ਵਿੱਚ ਲੈ ਕੇ ਜਾਂਦੀ ਆ ਤੇ ਉਹਨੂੰ ਉੱਥੋਂ ਕਿਹਾ ਜਾਂਦਾ ਵੀ ਭੱਜ ਆ ਇੱਥੋਂ, ਇਹ ਭਿਖਾਰੀ ਕੌਣ ਆ ਗਿਆ। ਠੀਕ, ਉਹਨੂੰ ਇੱਕ ਭਿਖਾਰਨ ਦਾ ਦਰਜਾ ਦਿੱਤਾ ਜਾਂਦਾ ਆ। ਔਰ ਇਹ ਲੋਕ ਮੈਂ ਆਪਣੇ ਆਪ ਨੂੰ ਅਨੂ ਜੀ ਬਹੁਤ ਕੰਟਰੋਲ ਕਰ ਰਿਹਾ, ਇਹਨਾਂ ਦਾ ਹੀ ਜਿਹੜਾ ਚੇਲਾ ਚਪੱਟਾ ਜਿਹਨੇ ਤੁਸੀਂ ਲਾਸਟ ਟਾਈਮ ਗੱਲ ਕੀਤੀ ਸੀ, ਜ਼ਾਇਨਵਾਦੀ ਬੰਦਾ ਜਿਹੜਾ ਜੌਨ ਬੋਲਟਨ, ਉਹ ਇਹ ਇਜ਼ਰਾਈਲੀ ਜਿਹੜੀ ਲੌਬੀ ਆ ਜਿਹੜੀ ਅਮਰੀਕਾ ਦੇ ਵਿੱਚ, ਇਹ ਜਿਹੜੇ ਮੈਂ ਕੋਈ ਭੈੜਾ ਸ਼ਬਦ ਨਹੀਂ ਯੂਜ਼ ਕਰਨਾ ਪਰ ਮੇਰਾ ਦਿਲ ਬੜਾ ਕਰ ਰਿਹਾ ਅੱਜ, ਇਹ ਜਿਹੜੇ ਜ਼ਾਇਨਿਸਟ ਜਿਹੜੇ ਜ਼ਾਇਨਵਾਦੀ ਲੋਕ ਨੇ ਜਿਨ੍ਹਾਂ ਦਾ ਜੀਵਨ ਨਾਲ ਕੋਈ ਸੰਬੰਧ ਨਹੀਂ ਹੈਗਾ, ਇਹ ਜਿਹੜੀ ਐਲੀਟ ਬੈਠੀ ਹੋਈ ਹੈ ਸਾਰੀ ਦੁਨੀਆ ਨੂੰ ਇਹਨਾਂ ਨੇ ਘੁਮਾਇਆ ਹੋਇਆ ਆ, ਇਹ ਜੌਨ ਬੋਲਟਨ ਉਹਨਾਂ ਦਾ ਹਿੱਸਾ ਆ। ਤੇ ਜਦੋਂ ਅਨੂ ਜੀ ਤੁਸੀਂ ਪਿਛਲੇ ਹਫ਼ਤੇ ਗੱਲ ਵੀ ਕੀਤੀ ਸੀਗੀ ਇੱਥੇ ਨੈਸ਼ਨਲ ਰੇਡੀਓ ਦੇ ਉੱਪਰ, ਸੂਜ਼ੀ ਫਰਗੂਸ਼ਨ ਉਹਨੂੰ ਸਵੇਰ ਦੀ ਮਾਰਨਿੰਗ ਰਿਪੋਰਟ ਦੇ ਵਿੱਚ ਪੁੱਛਦੀ ਹੈ ਕਿ ਜਿਹੜੀ ਅਲ ਮਲਕੀ ਜਿਹੜਾ ਇਰਾਕ ਦਾ ਪ੍ਰਧਾਨ ਮੰਤਰੀ ਆ, ਵੀ ਤੁਸੀਂ ਉਹਨੂੰ ਹੀ ਤੇ ਸਪੋਰਟ ਕਰਦੇ ਸੀ ਪਹਿਲਾਂ, ਉਹ ਡੈਮੋਕ੍ਰੈਟਿਕਲੀ ਇਲੈਕਟਡ ਉੱਥੇ ਦਾ ਪ੍ਰਧਾਨ ਮੰਤਰੀ ਆ, ਉਹਨੂੰ ਕਹਿੰਦਾ ਸੋ ਵਟ। ਔਰ ਦੋਸਤੋ ਇਹ ਹੀ ਸਰੋਤਿਓ ਇਹ ਹੀ ਲੋਕ ਨੇ, ਇਹ ਹੀ ਗਰੁੱਪ ਆ ਜਿਹੜਾ ਦੁਨੀਆ ਦੇ ਵਿੱਚ ਇਹ ਕਹਿੰਦਾ ਵੀ ਆਪਾਂ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਫੈਲਾਉਣੀ ਹੈ। ਡੈਮੋਕ੍ਰੇਸੀ ਦੇ ਨਾਂ ਦੇ ਉੱਪਰ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਔਰ ਇਹ ਲੋਕ ਆ ਜਿਹੜਾ ਡੈਮੋਕ੍ਰੇਸੀ ਦਾ ਮਜ਼ਾਕ ਉਡਾ ਰਹੇ ਨੇ। ਚਿਲੀ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਅਯਾਂਡੇ ਸੀਗਾ, ਡੈਮੋਕ੍ਰੈਟਿਕਲੀ ਇਲੈਕਟਡ ਸੀਗਾ, ਉਹਨਾਂ ਨੇ ਇਸ ਐਲੀਟ ਨੇ ਉਹਨਾਂ ਦਾ ਕਤਲ ਕੀਤਾ। ਅਨੂ ਜੀ ਸੌਰੀ ਜੀ, ਇੱਥੇ ਥੋੜਾ ਜਿਹਾ ਮੈਨੂੰ ਲੱਗਦਾ ਸਰੋਤਿਆਂ ਨੂੰ ਅਸੀਂ ਜ਼ਾਇਨਿਜ਼ਮ ਦਾ ਤੇ ਜਿਊਜ਼ ਦਾ ਫਰਕ ਦੱਸਦੀ ਹੈ ਬਿਲਕੁਲ ਸੰਖੇਪ ਵਿੱਚ। ਜਿਹੜੇ ਜ਼ਾਇਨਿਜ਼ਮ ਦੀ ਜਿਹੜੀ ਮੈਂ ਪਰਿਭਾਸ਼ਾ ਪੜ੍ਹੀ ਹੈ ਕਿ ਉਹ ਇੱਕ ਐਸੀ ਮੂਵਮੈਂਟ ਜਿਹੜੀ ਇਹ ਮੰਨ ਕੇ ਚੱਲਦੀ ਹੈ ਕਿ ਕਿਤੇ ਨਾ ਕਿਤੇ ਕੋਈ ਹੋਮਲੈਂਡ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਸਿਰਫ ਔਰ ਸਿਰਫ ਜਿਊਜ਼ ਹੀ ਰਹਿਣਗੇ, ਹੋਰ ਕਿਸੇ ਲਈ ਕੋਈ ਜਗ੍ਹਾ ਨਹੀਂ ਹੈ ਉੱਥੇ। ਫਿਰ ਅਨੂ ਜੀ ਜੇ ਇਹ ਗੱਲ ਹੈ ਤੇ ਸਭ ਤੋਂ ਜ਼ਿਆਦਾ ਫਲਸਤੀਨੀਆਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹ ਜਿਹੜੇ ਇਜ਼ਰਾਈਲ ਦੇ ਜਿਹੜੇ ਜਿਊ ਨੇ, ਜਿਹੜੇ ਪੁਰਾਣੇ ਜਿਊ ਨੇ, ਓਰੀਜਨਲ ਜਿਊ ਨੇ, ਉਹ ਕਿਉਂ ਫਲਸਤੀਨੀ ਲੋਕਾਂ ਦੇ ਨਾਲ ਆ। ਤੁਸੀਂ ਕਿਤੇ YouTube ਤੇ ਜਾ ਕੇ ਜਿਹੜੇ ਉਹ ਟ੍ਰੈਡੀਸ਼ਨਲ ਆਪਣਾ ਜਿਹੜੇ ਉਹਨਾਂ ਦੇ ਉਹ ਲੰਬੇ ਉਹਨਾਂ ਦੇ ਵਾਲ ਹੈਗੇ, ਜਿਹੜੀ ਉਹਨਾਂ ਦੀ ਪਾਰਟਿਕੂਲਰ ਡਰੈਸ ਅਪ ਹੈਗਾ, ਔਰ ਸਭ ਤੋਂ ਜ਼ਿਆਦਾ ਫਲਸਤੀਨੀ ਲੋਕਾਂ ਦੇ ਵਾਸਤੇ ਉਹਨਾਂ ਦੇ ਹੱਕ ਦੇ ਵਿੱਚ ਬੋਲਣ ਵਾਲੇ ਇਜ਼ਰਾਈਲੀ ਜਿਊ ਨੇ, ਜਿਹੜੇ ਪੁਰਾਣੇ ਜਿਹੜੇ ਜਿਊ ਨੇ। ਜੀ ਹਾਂ, ਔਰ ਵੈਸੇ ਵੀ ਇਜ਼ਰਾਈਲ ਹੋਂਦ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਫਲਸਤੀਨ ਸੀ ਉੱਥੇ ਮੇਰੇ ਖਿਆਲ 2 ਜਾਂ 3% ਆਬਾਦੀ ਜਿਊਜ਼ ਦੀ, ਹਾਂਜੀ, ਉਹ ਆਉਣ ਵਾਲੇ ਸਮੇਂ 'ਚ ਕਰਾਂਗੇ। ਤਾਂ ਹੁਣ ਜਿਹੜੀ ਅਗਲੀ ਗੱਲ ਸਾਨੂੰ ਬਿਲਕੁਲ ਮੇਰੇ ਖਿਆਲ ਫਾਸਟ ਸਪੀਡ 'ਚ ਕਰਨੀ ਪਏਗੀ। ਇਜ਼ਰਾਈਲ ਔਰ ਫਲਸਤੀਨ ਦੀ ਜਿਹੜੀ ਗੱਲਬਾਤ ਹੈ ਉਹਦਾ ਇਤਿਹਾਸ ਤੇ ਆਉਂਦੇ ਪ੍ਰੋਗਰਾਮਾਂ 'ਚ ਕਰਾਂਗੇ, ਪਰ ਇਸ ਵਕਤ ਜਿਹੜੀ ਖਬਰਾਂ ਆ ਰਹੀਆਂ ਨੇ ਕਿ ਪਿਛਲੇ 15 ਮਈ ਵਾਲੇ ਦਿਨ, ਕਿਉਂਕਿ ਜਿਹੜਾ ਇਜ਼ਰਾਈਲ ਦੀ ਹੋਂਦ 15 ਮਈ 1948 ਵਿੱਚ ਹੋਈ ਸੀ, ਤਾਂ 15 ਮਈ ਵਾਲੇ ਦਿਨ ਹਰ ਸਾਲ ਜਿਹੜੇ ਫਲਸਤੀਨੀ ਲੋਕ ਨੇ ਉਹਨੂੰ ਨਕਬਾ ਕਹਿੰਦੇ ਨੇ, ਉਸ ਮੂਵਮੈਂਟ ਨੂੰ ਜਾਂ ਉਸ ਗੱਲਬਾਤ ਨੂੰ, ਕਿ ਉਹ ਰੋਸ ਮਨਾਉਂਦੇ ਨੇ ਕਿਉਂਕਿ ਉਸ ਦਿਨ ਉਹਨਾਂ ਦਾ ਦੇਸ਼ ਰਾਤੋਂ ਰਾਤ ਉਹਨਾਂ ਕੋਲੋਂ ਖੋਹ ਲਿਆ ਗਿਆ, ਉਹਨਾਂ ਨੂੰ ਸਾਰਿਆਂ ਨੂੰ ਡਿਸਪਲੇਸ ਕਰ ਦਿੱਤਾ ਗਿਆ, ਮੈਜੋਰਿਟੀ ਤੋਂ ਮਾਈਨੋਰਿਟੀ ਬਣਾ ਦਿੱਤਾ ਗਿਆ, ਕਿਉਂਕਿ ਉਹ ਜਿਊਜ਼ ਦੀ, ਯਹੂਦੀਆਂ ਦੀ ਹੋਮਲੈਂਡ ਇਜ਼ਰਾਈਲ ਬਣਾਉਣ ਵਾਸਤੇ ਉਹਨਾਂ ਨੂੰ ਕੱਢ ਦਿੱਤਾ ਗਿਆ ਆਪਣੇ ਦੇਸ਼ ਤੋਂ। ਸੋ ਉਹ 15 ਮਈ ਨੂੰ ਹਰ ਸਾਲ ਰੋਸ ਮਨਾਉਂਦੇ ਨੇ ਔਰ ਪੱਥਰ ਸੁੱਟਦੇ ਨੇ ਜਾ ਕੇ, ਪੱਥਰ ਵਗੈਰਾ ਤੇ ਬੱਚੇ ਦੱਸਿਆ ਜਾਂਦਾ ਹੈ ਕਿ ਜਿਹੜੇ ਹਰ ਰੋਜ਼ ਹੀ ਉਹ ਰੋਸ ਪ੍ਰਗਟ ਕਰਦੇ ਨੇ ਉੱਥੇ ਬਾਰਡਰ ਤੇ ਜਾ ਕੇ, ਜਿਹੜਾ ਫਲਸਤੀਨ ਔਰ ਗਾਜ਼ਾ ਦਾ ਤੇ ਇਜ਼ਰਾਈਲ ਦਾ ਬਾਰਡਰ ਹੈ। ਪਰ ਉਹ 15 ਮਈ ਵਾਲੇ ਦਿਨ ਇਸ ਸਾਲ ਕੀ ਹੋਇਆ ਕਿ ਉਹ ਸਾਰੀ ਗੱਲਬਾਤ ਤੋਂ ਬਾਅਦ 2 ਨੌਜਵਾਨ ਲੜਕੇ ਟੀਨੇਜਰ ਸਨ, ਉਹਨਾਂ ਨੂੰ ਉਹ ਪ੍ਰੋਟੈਸਟ ਤੋਂ ਬਾਅਦ ਜਦੋਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਉਹ ਤੁਰ ਕੇ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੇ ਸਨ, ਉਹਨਾਂ ਨੂੰ ਸ਼ੂਟ ਕਰ ਦਿੱਤਾ ਗਿਆ।
ਉਹਨਾਂ ਦੀ ਬਿਲਕੁਲ ਥਾਂ ਤੇ ਮੌਤ ਹੋ ਗਈ ਔਰ ਸੀਸੀਟੀਵੀ ਫੁਟੇਜ ਮੌਜੂਦ ਹੈ ਕਿ ਉਹ ਤੁਰੇ ਜਾ ਰਹੇ ਨੇ ਤੇ ਔਰ ਇੱਕਦਮ ਡਿੱਗ ਜਾਂਦੇ ਨੇ ਔਰ ਉਹਨਾਂ ਦੀ ਆਟੋਪਸੀ ਤੋਂ ਪਤਾ ਚੱਲਿਆ ਕਿ ਉਹਨਾਂ ਦੋਨਾਂ ਨੂੰ ਉਹਨਾਂ ਦੇ ਦਿਲ ਦੇ ਵਿੱਚ ਹਾਰਟ ਦੇ ਵਿੱਚ ਗੋਲੀ ਮਾਰੀ ਗਈ ਹੈ ਤੋ ਉਹ ਜਿਹੜੀ ਫੁਟੇਜ ਹੈ ਵੀਡੀਓ ਉਹ ਇਜ਼ਰਾਈਲੀ ਜਿਹੜੀਆਂ ਫੋਰਸਿਸ ਨੇ ਸਰਕਾਰ ਹੈ ਜਿਹੜੀ ਉਹ ਹਮੇਸ਼ਾ ਦੀ ਤਰ੍ਹਾਂ ਇਹ ਕਹਿੰਦੀ ਹੈ ਕਿ ਇਹ ਬਣਾ ਕੇ ਵੈਸੇ ਹੀ ਹੈ ਫੇਕ ਵੀਡੀਓ ਹੈ ਹਾਂਜੀ ਇਹ ਸਰਕਾਰੀ ਆਤਵਾਦ ਇਹ ਵੀ ਸਰਕਾਰੀ ਆਤਵਾਦ ਹੈ ਉਹ ਹਮੇਸ਼ਾ ਇਸ ਤਰ੍ਹਾਂ ਹੀ ਕਹਿ ਦਿੰਦੇ ਨੇ ਇਸ ਤਰ੍ਹਾਂ ਦੀ ਫੁਟੇਜ ਨੂੰ ਵੀਡੀਓਜ਼ ਨੂੰ ਕਿ ਇਹ ਐਡਿਟ ਕੀਤੀ ਗਈ ਹੈ ਜਾਂ ਇਹ ਫੇਕ ਹੈ ਸੋ ਉਹਨਾਂ ਨੇ ਉਹ ਡਿਨਾਈ ਕੀਤਾ ਸੋ ਉਸ ਤੋਂ ਬਾਅਦ ਫਿਰ ਕੀ ਹੋਇਆ ਹੈ ਕਿ 12 ਜੂਨ ਵਾਲੇ ਦਿਨ 3 ਇਜ਼ਰਾਈਲੀ ਨੌਜਵਾਨ ਲੜਕੇ ਟੀਨੇਜਰਸ ਜਿਹੜੇ ਕਿ ਆਪਣੇ ਕਾਲਜ ਤੋਂ ਘਰ ਨੂੰ ਜਾ ਰਹੇ ਸਨ ਉਹਨਾਂ ਨੇ ਲਿਫਟ ਮੰਗ ਲਈ ਜਿਹੜਾ ਕਿ ਕਿਹਾ ਜਾਂਦਾ ਕਿ ਉਹ ਇਜ਼ਰਾਈਲ ਵਿੱਚ ਬਿਲਕੁਲ ਇਲੀਗਲ ਕੰਮ ਹੈ ਇਸ ਤਰ੍ਹਾਂ ਬੱਚਿਆਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਰਿਸਕ ਇਨਵੋਲਵਡ ਹੈ ਸੇਫ ਨਹੀਂ ਹੈ ਸੋ ਉਹਨਾਂ ਨੇ ਕਿਸੇ ਕੋਲੋਂ ਲਿਫਟ ਮੰਗ ਲਈ ਤਾਂ ਉਹ ਉਸ ਦਿਨ ਉਹ ਬੱਚੇ ਲਾਪਤਾ ਹੋ ਗਏ ਜੀ ਔਰ ਉਸੇ ਦਿਨ ਸ਼ਾਮ ਨੂੰ ਇਜ਼ਰਾਈਲੀ ਇੱਕ ਸਟੇਟਸ ਪਰਸਨ ਸਰਕਾਰੀ ਇੱਕ ਪਰਸਨੈਲਿਟੀ ਉਹ ਬਿਆਨ ਦਿੰਦੇ ਨੇ ਕਿ ਇਹ ਸਾਰੀ ਗੱਲਬਾਤ ਦਾ ਹਮਾਸ ਜਿਹੜੇ ਕਿ ਇਸ ਵਕਤ ਗਾਜ਼ਾ ਪੱਟੀ ਨੂੰ ਮੈਨੇਜ ਕਰਦੇ ਨੇ ਉਹ ਉਹਨਾਂ ਦਾ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ ਤਾਂ ਉਸ ਤੋਂ 3 ਦਿਨ ਬਾਅਦ 15 ਜੂਨ ਨੂੰ ਪ੍ਰਧਾਨ ਮੰਤਰੀ ਨੇ ਜਿਹੜੇ ਇਜ਼ਰਾਈਲ ਦੇ ਨੇਤਨਯਾਹੂ ਉਹ ਬਿਆਨ ਦਿੰਦੇ ਨੇ ਕਿ ਇਹ ਸਾਰੀ ਗੱਲਬਾਤ ਦੇ ਪਿੱਛੇ ਹਮਾਸ ਹੈ ਹਮਾਸ ਨੇ ਇਹਨਾਂ 3 ਲੜਕਿਆਂ ਨੂੰ ਅਗਵਾ ਕੀਤਾ ਹੈ ਉਹ ਹਜੇ ਤੱਕ ਕਰਦੇ ਪਏ ਹਾਂਜੀ ਤੋ ਹਮਾਸ ਨੇ ਹੁਣ ਇਹੋ ਹੀ ਬਿਆਨ ਦਿੱਤੇ ਨੇ ਕਿ ਸਾਡਾ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ ਸੋ ਖੈਰ ਉਹ 3 ਬੱਚਿਆਂ ਦੀ ਵੀ ਮੌਤ ਹੋ ਗਈ ਸੋ ਉਹਨਾਂ ਦੀ ਕਿਡਨੈਪ ਦਾ ਜਾਂ ਮੌਤ ਦਾ ਬਦਲਾ ਲੈਣ ਲਈ ਉਸ ਤੋਂ ਬਾਅਦ ਪਿਛਲੇ ਬੁੱਧਵਾਰ ਨੂੰ ਪਿਛਲੇ ਹਫਤੇ ਇੱਕ ਫਲਸਤੀਨੀ ਬੱਚਾ ਲੜਕਾ ਜੋ ਕਿ 16 ਸਾਲ ਦਾ ਸੀ ਉਹਨੂੰ ਅਗਵਾ ਕਰ ਲਿਆ ਗਿਆ ਔਰ ਹੁਣ ਖਬਰਾਂ ਉਹਦੀ ਆਟੋਪਸੀ ਤੋਂ ਪਤਾ ਲੱਗਿਆ ਕਿ ਉਹਨੂੰ ਜ਼ਿੰਦਾ ਜਲਾਇਆ ਗਿਆ ਉਸ ਲੜਕੇ ਨੂੰ ਪਹਿਲਾਂ ਉਹਨੂੰ ਟਾਰਚਰ ਕੀਤਾ ਗਿਆ ਫਿਰ ਉਹਨੂੰ ਜ਼ਿੰਦਾ ਜਲਾ ਦਿੱਤਾ ਗਿਆ ਨਾਲ ਉਹਨੂੰ ਜੀ ਮੈਂ ਇੱਕ ਫੈਕਟ ਐਡ ਕਰਨਾ ਚਾਹੁੰਦਾ ਕਿ ਪਿਛਲੇ 10 ਸਾਲਾਂ ਦੇ ਉੱਪਰੋਂ ਇਸ ਇਜ਼ਰਾਈਲੀ ਇਹ ਸਰਕਾਰੀ ਆਤਵਾਦ ਨੇ ਹਰ 3 ਦਿਨਾਂ ਬਾਅਦ ਇਹ ਇੱਕ ਫਲਸਤੀਨੀ ਬੱਚਾ ਮਾਰ ਹਾਂਜੀ ਜੀ ਉਹ ਵੀ ਮੇਰੇ ਕੋਲ ਅਗਰ ਟਾਈਮ ਹੋਇਆ ਤਾਂ ਅੰਕੜੇ ਹਨ ਕਿ ਪਿਛਲੇ ਇੰਨੇ ਸਾਲਾਂ ਵਿੱਚ ਕਿੰਨੇ ਬੱਚੇ ਮਰੇ ਨੇ ਸ਼ਾਇਦ ਅੱਜ ਮੈਂ ਨਾ ਕਰ ਸਕਾਂ ਅਗਲੇ ਹਫਤੇ ਉਹ ਜ਼ਰੂਰ ਫਿਗਰਸ ਦਵਾਂਗੇ ਤਾਂ ਉਸ ਬੁੱਧਵਾਰ ਤੋਂ ਲੈ ਕੇ ਹੁਣ ਤੱਕ ਫਲਸਤੀਨ 'ਚ ਤੇ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਨੇ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ ਔਰ ਸਿਰਫ ਇੱਥੇ ਹੀ ਨਹੀਂ ਗੱਲ ਖਤਮ ਹੋਈ ਮੇਰਾ ਖਿਆਲ ਹੈ ਜਿਹੜਾ ਸ਼ੁੱਕਰਵਾਰ ਨੂੰ ਇੱਕ ਰੋਸ ਮੁਜ਼ਾਹਰਾ ਹੋਇਆ ਫਲਸਤੀਨੀਆਂ ਦੁਆਰਾ ਉਹਦੇ ਵਿੱਚ ਉਹ ਜਿਹੜਾ ਲੜਕਾ ਜਿਹਨੂੰ ਜ਼ਿੰਦਾ ਜਲਾਇਆ ਗਿਆ ਉਹਦਾ ਇੱਕ ਛੋਟਾ ਕਜ਼ਨ ਭਰਾ ਵੀ ਮੌਜੂਦ ਸੀ ਜਿਹੜਾ ਕਿ ਅਮਰੀਕਾ ਤੋਂ ਫਲਸਤੀਨ ਛੁੱਟੀਆਂ ਕੱਟਣ ਗਿਆ ਹੋਇਆ ਸੀ 15 ਸਾਲ ਦਾ ਬੱਚਾ ਉਹਨੂੰ ਬਿਨਾਂ ਮਤਲਬ ਤੋਂ ਉਹਦੀ ਮਾਰਕੁੱਟ ਕਰਕੇ ਉਹਨੂੰ ਅਗਵਾ ਕਰ ਲਿਆ ਗਿਆ ਸੋ ਉਹ ਬੱਚੇ ਦੀ ਵੀਡੀਓ ਮੌਜੂਦ ਹੈ ਤੁਸੀਂ YouTube ਤੇ ਦੇਖ ਸਕਦੇ ਹੋ ਉਹਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਉਹਦੇ ਤੇ ਕੋਈ ਪਤਾ ਨਹੀਂ ਕਿ ਕੀ ਇਲਜ਼ਾਮ ਹੈ ਉਹਨੂੰ ਇਸ ਵਕਤ ਅੰਡਰ ਹਾਊਸ ਅਰੈਸਟ ਰੱਖਿਆ ਹੋਇਆ ਹੈ ਇਜ਼ਰਾਈਲ ਨੇ ਤੇ ਨਾਲ ਦੀ ਨਾਲ ਬੰਬਾਰੀ ਚੱਲ ਉਹ ਵੱਖਰੀ ਹਾਂਜੀ ਤੋ ਉਸ ਲੜਕੇ ਨੂੰ ਪੁੱਛਿਆ ਗਿਆ ਕਿ ਕੀ ਹੋਇਆ ਉਹ ਕਹਿੰਦਾ ਕਿ ਮੈਂ ਚੁੱਪਚਾਪ ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਸੀ ਔਰ ਕਿਸੇ ਨੇ ਮੈਨੂੰ ਮੇਰੇ ਖੱਬੇ ਪਾਸਿਓਂ ਮਾਰਨਾ ਸ਼ੁਰੂ ਕੀਤਾ ਔਰ ਬਹੁਤ ਬੁਰੀ ਤਰ੍ਹਾਂ ਮੈਨੂੰ ਪਿੱਛੋਂ ਮਾਰਿਆ ਗਿਆ ਤਾਂ ਮੈਂ ਘਬਰਾ ਕੇ ਉੱਥੋਂ ਨੱਠ ਲਿਆ ਮੈਂ ਭੱਜ ਗਿਆ ਅਗਰ ਤੁਸੀਂ ਸੋਚੋ 15 ਸਾਲ ਦਾ ਲੜਕਾ ਹੈ ਛੋਟਾ ਹੈ ਸ਼ਾਇਦ ਉਹਨੇ ਇਸ ਤਰ੍ਹਾਂ ਦਾ ਕਦੀ ਕੁਝ ਨਾ ਦੇਖਿਆ ਹੋਵੇ ਅਮਰੀਕਾ 'ਚ ਜੰਮਿਆ ਪਲਿਆ ਉਹ ਤੋ ਉਹਨੂੰ ਕਹਿੰਦਾ ਕਿ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਜਦ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿੱਚ ਸੀ ਔਰ ਤੁਸੀਂ YouTube ਤੇ ਵੀਡੀਓ ਦੇਖੋ ਬਿਲਕੁਲ ਉਹਦੀਆਂ ਅੱਖਾਂ ਸੁਜੀਆਂ ਪਈਆਂ ਨੇ ਚਿਹਰਾ ਬੁਰੀ ਤਰ੍ਹਾਂ ਵਿਗੜਿਆ ਹੋਇਆ ਹੈ ਤੋ ਉਹਦੀ ਵੀਡੀਓ ਵੀ ਮੌਜੂਦ ਹੈ ਕਿ ਉਹਨੂੰ ਪੁਲਿਸ ਵਾਲਿਆਂ ਨੇ ਉਹਨੂੰ ਹੱਥਕੜੀਆਂ ਲਗਾ ਕੇ ਜ਼ਮੀਨ ਤੇ ਸੁੱਟ ਕੇ ਠੋਡੇ ਮਾਰ ਕੇ ਉਹਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਉਸ ਲੜਕੇ ਦੀ ਦੋਸਤੋ ਨਾਲ ਆਪਾਂ ਇਹ ਵੀ ਗੱਲ ਕਹਿਣੀ ਚਾਹੁੰਦੇ ਕਿ ਜਿਹੜੇ 3 ਇਜ਼ਰਾਈਲੀ ਜਿਹੜੇ ਬੱਚੇ ਜਿਹੜੇ ਹਾਂਜੀ ਉਹਨਾਂ ਦਾ ਵੀ ਪੂਰਾ ਦੁੱਖ ਹੈ ਸਾਨੂੰ ਉਹਨਾਂ ਦਾ ਵੀ ਪੂਰਾ ਦੁੱਖ ਹੈ ਪਰ ਇਹ ਬਿਲਕੁਲ ਅਨਈਕੁਅਲ ਜਿਹੜੀ ਇਹ ਲੜਾਈ ਚੱਲਦੀ ਪਈ ਆ ਪਿਛਲੇ ਜਦੋਂ ਦੀ ਇਹ ਜਿਹੜਾ ਇਜ਼ਰਾਈਲ ਦੀ ਕ੍ਰੀਏਸ਼ਨ ਹੋਈ ਆ ਉਦੋਂ ਦੇ ਹੀ ਫਲਸਤੀਨੀ ਲੋਕਾਂ ਦੇ ਉੱਪਰ ਇਹ ਤਸ਼ੱਦਦ ਹੋ ਰਿਹਾ ਔਰ ਦੁਨੀਆ ਭਰ ਵਿੱਚ ਇਸ ਵਕਤ ਇਹ ਸਾਰੇ ਸਿਲਸਿਲੇ ਨੂੰ ਨਕਾਰਨ ਵਾਸਤੇ ਨਿਖੇਧੀ ਕਰਨ ਵਾਸਤੇ ਰੋਸ ਮੁਜ਼ਾਹਰੇ ਚੱਲ ਰਹੇ ਨੇ ਬੀਤੇ ਸਨੀਚਰਵਾਰ ਯੂਕੇ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਪ੍ਰੋਟੈਸਟ ਹੋਏ ਨੇ ਔਰ ਅਮਰੀਕਾ ਭਰ ਵਿੱਚ ਬਹੁਤ ਸ਼ਹਿਰਾਂ ਵਿੱਚ ਨਿਊਯਾਰਕ ਸ਼ਿਕਾਗੋ ਵਾਸ਼ਿੰਗਟਨ ਸੀਐਟਲ ਯੂਕੇ ਵਿੱਚ ਸ਼ੈਫੀਲਡ ਐਬਰਡੀਨ ਪੋਰਟਸਮਥ ਗਲਾਸਗੋ ਲੰਡਨ ਹਾਲੈਂਡ ਵਿੱਚ ਰੋਸ ਮੁਜ਼ਾਹਰੇ ਹੋਏ ਨੇ ਜਿਹੜੇ ਫਲਸਤੀਨ ਵਿੱਚ ਹੋ ਰਹੇ ਨੇ ਉਹ ਤੇ ਲਗਾਤਾਰ ਹੋ ਹੀ ਰਹੇ ਨੇ ਔਰ ਆਉਣ ਵਾਲੇ ਹਫਤੇ ਵਿੱਚ ਵੀ ਮੁਜ਼ਾਹਰੇ ਜਾਰੀ ਰਹਿਣਗੇ ਇੱਥੇ ਆਕਲੈਂਡ ਵਿੱਚ ਵੀ
ਸੈਟਰਡੇ ਨੂੰ ਆਉਂਦੇ ਸਨੀਚਰਵਾਰ ਨੂੰ ਪ੍ਰੋਟੈਸਟ ਹੋਏਗਾ ਕੋਈ ਨਾ ਕੋਈ ਮੇਰੇ ਕੋਲ ਹੋਰ ਇਸ ਵਕਤ ਡਿਟੇਲ ਨਹੀਂ ਹੈ ਪਰ ਜਿਸ ਤਰ੍ਹਾਂ ਹੀ ਇਨਫੋਰਮੇਸ਼ਨ ਮੈਨੂੰ ਮਿਲੇਗੀ ਮੈਂ ਆਪਣੇ ਫੇਸਬੁੱਕ ਅਕਾਊਂਟ ਤੇ ਉਹਨੂੰ ਜ਼ਰੂਰ ਅਪਡੇਟ ਕਰ ਦਾਂਗੀ ਔਰ ਤੁਸੀਂ ਭਾਰਤੀ ਜਲ ਸੰਪਰਕ ਕਰ ਸਕਦੇ ਹੋ 02111577745 ਤੇ ਮੈਨੂੰ ਲੱਗਦਾ ਹੈ ਵੀਰ ਸ਼ੁੱਕਰਵਾਰ ਤੱਕ ਸਾਡੇ ਤੱਕ ਪੂਰੀ ਡਿਟੇਲ ਪਹੁੰਚ ਜਾਏਗੀ ਹਾਂਜੀ ਅਰੇਂਜਮੈਂਟਸ ਹੋ ਰਹੇ ਨੇ ਤੋ ਇਹ ਜਿਹੜੀ ਸਾਰਾ ਇਤਿਹਾਸ ਹੈ ਇਹਨਾਂ ਦਾ ਅਸੀਂ ਆਉਂਦੇ ਪ੍ਰੋਗਰਾਮਾਂ ਵਿੱਚ ਜ਼ਰੂਰ ਡਿਸਕਸ ਕਰਾਂਗੇ ਮੇਨ ਕਾਰਨ ਕਿਉਂਕਿ ਸਾਨੂੰ ਉਹ ਬਾਰ-ਬਾਰ ਉਹ ਵੀ ਗੱਲ ਕਹੀ ਜਾਂਦੀ ਹੈ ਕਿ ਅਸੀਂ ਇੰਡੀਆ ਨਾਲ ਪੰਜਾਬ ਨਾਲ ਕਨੈਕਟਡ ਰਹੀਏ ਇੱਥੇ ਮੈਂ ਥੋੜਾ ਜਿਹਾ ਕਹਿਣਾ ਚਾਹਾਂਗੀ ਕਿ ਵਿੱਚ ਕਈ ਜਿਹੜੇ ਬੁੱਧੀਜੀਵੀ ਨੇ ਉਹ ਹਾਂਜੀ ਉਹ ਅਨੁਜੀਤ ਸ਼ਾਇਦ ਤੁਹਾਨੂੰ ਯਾਦ ਹੋਵੇ 2012 ਦੇ ਵਿੱਚ ਅਸੀਂ ਪ੍ਰੋਗਰਾਮ ਕੀਤਾ ਸੀਗਾ ਐਗਜ਼ੈਕਟਲੀ ਇਹੀ ਬੱਚੇ ਮਾਰਨ ਦੀ ਇਜ਼ਰਾਈਲ ਨੇ ਜਿਹੜੇ ਬੱਚੇ ਮਾਰੇ ਸੀਗੇ ਫਲਸਤੀਨੀ ਔਰ ਉਹ ਉਦੋਂ ਹੀ ਮੈਂ ਇੱਕ ਆਪਣੇ ਸਿੱਖ ਬੁੱਧੀਜੀਵੀ ਨੇ ਡਾਕਟਰ ਉਦੋਕੇ ਕਰਕੇ ਉਹਨਾਂ ਦਾ ਗੱਲਬਾਤ ਸੀ ਕਿ ਜਿਹੜੀ ਇੱਕ ਸਿੱਖ ਹੋਮਲੈਂਡ ਹੈ ਉਹਦਾ ਜਿਹੜਾ ਮਾਡਲ ਆ ਇੱਕ ਇਜ਼ਰਾਈਲ ਵਰਗਾ ਹੋਣਾ ਚਾਹੀਦਾ ਹਾਂਜੀ ਸਾਨੂੰ ਉਹ ਕਹਿੰਦੇ ਨੇ ਕਿ ਸਿੱਖਾਂ ਨੂੰ ਆਪਣੀ ਹੋਮਲੈਂਡ ਐਸਟੈਬਲਿਸ਼ ਕਰਨ ਲਈ ਯਹੂਦੀਆਂ ਕੋਲੋਂ ਸਿੱਖਣਾ ਚਾਹੀਦਾ ਹਾਂਜੀ ਯਹੂਦੀਆਂ ਕੋਲੋਂ ਸਿੱਖਣਾ ਚਾਹੀਦਾ ਪਰ ਜਿਹੜੇ ਜ਼ਾਇਨਵਾਦੀ ਨੇ ਇਹਦੇ ਵਿੱਚ ਜੀ ਬਹੁਤ ਵੱਡਾ ਫਰਕ ਆ ਜਿਹੜੇ ਜ਼ਾਇਨਵਾਦੀ ਨੇ ਤੇ ਜਿਹੜੇ ਨਾਰਮਲ ਜਿਊ ਨੇ ਹਾਂਜੀ ਜਿਵਾਂ ਕੋਲੋਂ ਬਹੁਤ ਸਿੱਖਣ ਵਾਲੇ ਮਹਾਨ ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਹਾਂ ਚਾਹੇ ਕਾਰਲ ਮਾਰਕਸ ਹੋਵੇ ਹਾਵਰਡ ਜ਼ਿਨ ਹੋਵੇ ਸਟੀਵਨ ਲੈਂਡਮੈਨ ਹੋਵੇ ਮਤਲਬ ਗਿਣਤੀ ਖਤਮ ਨਹੀਂ ਹੈ ਪਰ ਜਿਹੜਾ ਇਜ਼ਰਾਈਲ ਦਾ ਮਾਡਲ ਆ ਉਹਨੂੰ ਫੋਲੋ ਕਰਨਾ ਤੇ ਇੱਕ ਬਹੁਤ ਜਿਹੜੀ ਸਿੱਖਾਂ ਦਾ ਸੰਘਰਸ਼ ਵਾ ਉਹਦੇ ਨਾਲ 1% ਆ ਉਹਦਾ ਕਿਤੇ ਵੀ ਕਨੈਕਸ਼ਨ ਨਹੀਂ ਹੈ ਤੋ ਆਉਂਦੇ ਹਫਤੇ ਅਸੀਂ ਇਹ ਜਿਹੜਾ ਟੌਪਿਕ ਹੈ ਹੋਰ ਵਿਸਥਾਰ ਵਿੱਚ ਇਹਦੀ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੋ ਜਾਂਦੇ ਇੱਕ ਅਸੀਂ ਆਡੀਓ ਤੁਹਾਡੇ ਵਾਸਤੇ ਛੱਡ ਕੇ ਜਾ ਰਹੇ ਹਾਂ ਇਹ ਜਰਨਲਿਸਟ ਹਨ ਕ੍ਰਿਸ ਹੈਜਸ ਮੈਨੂੰ ਲੱਗਦਾ ਇੰਨਾ ਵਕਤ ਨਹੀਂ ਹੈ ਕਿ ਆਡੀਓ ਪੂਰੀ ਚੱਲੇਗੀ ਸੋ ਆਉਂਦੇ ਹਫਤੇ ਅਸੀਂ ਇਹਨੂੰ ਪੂਰੀ ਕਰਾਂਗੇ ਔਰ ਨਾਲ ਡਿਸਕਸ਼ਨ ਵੀ ਇਹਦੇ ਤੇ ਕਰਾਂਗੇ ਤੋ ਇਹ ਕੀ ਕਹਿੰਦੇ ਨੇ ਕ੍ਰਿਸ ਹੈਜਸ ਗਾਜ਼ਾ ਬਾਰੇ ਇਹ ਗੱਲਬਾਤ ਤੁਹਾਡੇ ਲਈ ਅਸੀਂ ਛੱਡ ਕੇ ਜਾ ਰਹੇ ਹਾਂ ਤੋ ਦਿਓ ਇਜਾਜ਼ਤ ਅਲਵਿਦਾ The incursion and bombardment of Gaza is not about destroying Hamas. It is not about stopping rocket fire into Israel. It is not about achieving peace. The Israeli decision to rain death and destruction on Gaza, to use lethal weapons of the modern battlefield on a largely defenseless civilian population, is the final phase in a decades-long campaign to ethnically cleanse Palestinians. The assault on Gaza is about creating squalid, lawless, and impoverished ghettos in the West Bank and Gaza, where life for Palestinians will be barely sustainable. It is about building a series of ringed Palestinian enclaves where the Israeli military will have the ability to instantly shut off movement, food, medicine, and goods to perpetuate the misery. Privilege and power, especially military power, is a dangerous narcotic. Violence destroys those who bear the brunt of its force, but also those who try to use it to become gods. Israel uses sophisticated attack jets and naval vessels to bomb densely crowded refugee camps, schools, apartment blocks, mosques, and slums to attack a population that has no air force, no air defense, no navy, no heavy weapons, no artillery units, no mechanized armor, no command and control, no army, and calls it a war. It is not a war. It is murder. Images of dead Palestinian children lined up as if asleep on the floor of the main hospital in Gaza are a metaphor for the future. Israel will from now on speak to the Palestinians in the language of death. Those who orchestrate such sieges do not grasp the terrible rage born of long humiliation, indiscriminate violence, and abuse. A father or a mother
whose child dies because of a lack of vaccines or proper medical care, does not forget. A boy whose ill grandmother dies while being detained at an Israeli checkpoint does not forget. Families who carry the broken bodies of their children to hospitals do not forget. All who endure humiliation, abuse, and the murder of those they love do not forget. This rage becomes a virus within those who eventually stumble out into the daylight. Is it any wonder that 71% of children interviewed at a school in Gaza recently said they wanted to be a martyr? The refusal by our political leaders, from Barack Obama to all but 5 members of Congress, to the major media, to speak out in defense of the rule of law and fundamental human rights exposes our cowardice and our hypocrisy.